+1 ਦਾ ਪਹਿਲਾ ਚੈਪਟਰ ਆ ਬੇਸਿਕ ਕਨਸੈਪਟਸ। ਬੇਸਿਕ ਕਨਸੈਪਟਸ ਕਿਹਦੇ ਨੇ ਬੱਚੇ? ਬੇਸਿਕ ਕਨਸੈਪਟਸ ਨੇ ਕੈਮਿਸਟਰੀ ਦੇ। ਜਦੋਂ ਆਪਾਂ ਕੈਮਿਸਟਰੀ ਨੂੰ ਸਟੱਡੀ ਕਰਦੇ ਹਾਂ ਤੇ ਕੈਮਿਸਟਰੀ ਕਿਹੜੀ ਚੀਜ਼ ਦੀ ਸਟੱਡੀ ਹੈ? ਦੈਟ ਇਜ਼ ਸਟੱਡੀ ਆਫ ਮੈਟਰ। ਆਪਾਂ ਮੈਟਰਸ ਨੂੰ ਸਟੱਡੀ ਕਰਦੇ ਹਾਂ। ਇਹਦੇ 'ਚ ਮੈਟਰ ਤੁਹਾਨੂੰ ਪਤਾ ਹੀ ਹੈ ਕਿਹਨੂੰ ਕਹਿੰਦੇ ਆਪਾਂ, ਕਿ ਜਿਹਦਾ weight ਹੋਵੇ ਐਂਡ ਆਕੂਪਾਈ ਸਪੇਸ। ਹੁਣ ਆਪਾਂ ਮੈਟਰ ਦੀ ਜਦੋਂ ਕਲਾਸੀਫਿਕੇਸ਼ਨ ਕਰਦੇ ਹਾਂ ਬੱਚੇ, ਕਿਉਂਕਿ ਆਪਾਂ ਨੂੰ ਬੇਸਿਕ ਜਦੋਂ ਕਨਸੈਪਟਸ ਨੂੰ ਸਮਝਣਾ ਤਾਂ ਸਭ ਤੋਂ ਪਹਿਲਾਂ ਸਮਝਣਾ ਪਏਗਾ ਕਿ ਮੈਟਰਸ ਦੀ ਕਲਾਸੀਫਿਕੇਸ਼ਨ ਕੀ ਆ। ਮੈਟਰਸ ਨੂੰ ਆਪਾਂ ਕਲਾਸੀਫਾਈ ਕਰਦੇ ਹਾਂ ਬੱਚੇ। ਪਹਿਲੀ ਕਲਾਸੀਫਿਕੇਸ਼ਨ ਹੁੰਦੀ ਆ ਫਿਜ਼ੀਕਲ ਐਂਡ ਦੂਜੀ ਕਲਾਸੀਫਿਕੇਸ਼ਨ ਹੁੰਦੀ ਆ ਕੈਮੀਕਲ। ਫਿਜ਼ੀਕਲ ਕਲਾਸੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲੀ ਹੋ ਜਾਣਗੇ ਸੋਲਿਡਸ, ਦੂਜੇ ਹੋ ਜਾਣਗੇ ਲਿਕੁਇਡਸ, ਤੇ ਤੀਜੀ ਕਲਾਸੀਫਿਕੇਸ਼ਨ ਇਹਦੀ ਫਿਜ਼ੀਕਲ ਦੇ ਅੰਦਰ ਦੈਟ ਇਜ਼ ਗੈਸ। ਤੇ ਕੈਮੀਕਲ ਦੇ ਵਿੱਚ ਜਿਹੜੀ ਕਲਾਸੀਫਿਕੇਸ਼ਨ ਹੁੰਦੀ ਆ ਉਹਨੂੰ ਆਪਾਂ ਦੋ ਤਰੀਕੇ ਨਾਲ ਰੱਖਦੇ ਹਾਂ। ਵਨ ਇਜ਼ ਪਿਓਰ ਸਬਸਟੈਂਸ ਐਂਡ ਵਨ ਆਰ ਮਿਕਸਚਰਸ। ਹੁਣ ਆਪਾਂ ਇਹਨੂੰ ਵਨ ਬਾਈ ਵਨ ਸਾਰੀ ਨੂੰ ਸਟੱਡੀ ਕਰਾਂਗੇ। ਇਹ ਤੁਸੀਂ 10th ਦੇ ਵਿੱਚ ਵੀ ਪੜ੍ਹਿਆ ਹੋਊਗਾ। ਸੋਲਿਡ ਜਿਹੜੇ ਹੁੰਦੇ ਆ ਬੱਚੇ, ਉਹਨਾਂ ਦੇ ਵਿੱਚ ਜਿਹੜੀ ਫੋਰਸਿਸ ਆਫ ਅਟਰੈਕਸ਼ਨ ਹੁੰਦੀ ਆ, ਮਤਲਬ ਕਿ ਜਿਹੜੇ ਐਟਮਸ ਤੋਂ ਬਣਿਆ ਉਹ ਬਹੁਤ ਨੇੜੇ ਨੇੜੇ ਹੁੰਦੇ ਆ। ਇਹਦਾ ਮਤਲਬ ਆਪਾਂ ਇਹਦੇ 'ਚ ਲਿਖ ਸਕਦੇ ਹਾਂ ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਹੈਗੀਆਂ FOA, ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਹੈਗੀਆਂ ਉਹ ਇਹਨਾਂ ਦੇ ਵਿੱਚ, ਜਿੱਦਾਂ ਆਪਾਂ ਇੰਟਰਮੋਲੀਕੂਲਰ ਫੋਰਸਿਸ ਕਹਿ ਦਿੰਦੇ ਆ, ਜਿੱਦਾਂ ਮੰਨ ਲਓ ਕਿ ਆਹ ਫੋਰਸਿਸ ਆਫ ਅਟਰੈਕਸ਼ਨ ਨੇ। ਫੋਰਸਿਸ ਆਫ ਅਟਰੈਕਸ਼ਨ ਕਿਹੜੀਆਂ ਹੋਣਗੀਆਂ? ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੋਰ ਹੁੰਦੀਆਂ ਨੇ। ਇਹਦੇ ਕਰਕੇ ਸੋਲਿਡਸ ਦੇ ਵਿੱਚ ਇੱਕ ਪ੍ਰੋਪਰਟੀ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸੋਲਿਡਸ ਆਰ ਰਿਜਿਡ ਇਨ ਸਟਰਕਚਰ। ਮਤਲਬ ਕੀ ਆ ਕਿ ਇਹਨਾਂ ਦੀ ਪ੍ਰੋਪਰਟੀ ਇੱਕ ਰਿਜਿਡ ਆ ਜਾਂਦੀ ਆ। ਇੱਦਾਂ ਹੀ ਆਪਾਂ ਕਿ ਲਿਕੁਇਡਸ ਨੂੰ ਵੀ ਪੜਾਂਗੇ। ਲਿਕੁਇਡਸ ਦੇ ਵਿੱਚ ਕੀ ਹੁੰਦਾ ਬੱਚੇ? ਸ਼ੇਪ ਤੇ ਉਹਦੀ ਕੋਈ ਫਿਕਸ ਨਹੀਂ ਹੁੰਦੀ, ਲੇਕਿਨ ਉਹਦੇ ਵਿੱਚ ਵੋਲਿਊਮ ਜਿਹੜਾ ਹੈਗਾ ਉਹ ਫਿਕਸ ਹੁੰਦਾ। ਹੁਣ ਵੋਲਿਊਮ ਫਿਕਸ ਹੋਣ ਕਰਕੇ ਸ਼ੇਪ ਉਹਦੀ ਫਿਕਸ ਨਹੀਂ ਆ, ਲੇਕਿਨ ਜੇ ਵੋਲਿਊਮ ਫਿਕਸ ਹੋਏਗਾ ਤੇ ਇਸ ਕਰਕੇ ਉਹ ਫਲੋ ਕਰੇਗਾ। ਕੀ ਕਰਦਾ? ਆਪਾਂ ਪਾਣੀ ਕਿਤੇ ਵੀ ਡੋਲ ਦਿੰਦੇ ਆ ਤੇ ਉਹ ਡੁੱਲ ਜਾਂਦਾ ਤੇ ਉਹ ਰਿੜਦਾ, ਉਹਨੂੰ ਆਪਾਂ ਕੀ ਕਹਿ ਦਿੰਦੇ ਇੰਗਲਿਸ਼ 'ਚ? ਉਹ ਫਲੋ ਕਰਦਾ। ਹੁਣ ਇਹ ਫਲੋ ਜਿਹੜਾ ਕਰਦਾ ਵਾ ਉਹਦੇ ਕਰਕੇ ਲਿਕੁਇਡਸ ਦੇ ਵਿੱਚ ਪ੍ਰੋਪਰਟੀ ਆ ਜਾਂਦੀ ਆ, ਦੈਟ ਇਜ਼ ਫਲੂਇਡ ਪ੍ਰੋਪਰਟੀ ਆ ਜਾਂਦੀ ਆ। ਜਿੱਦਾਂ ਸੋਲਿਡਸ ਦੇ ਵਿੱਚ ਰਿਜਿਡ ਪ੍ਰੋਪਰਟੀ ਆ ਗਈ, ਲਿਕੁਇਡਸ ਦੇ ਵਿੱਚ ਫਲੂਇਡ ਪ੍ਰੋਪਰਟੀ ਆ ਗਈ। ਦੂਜੇ ਪਾਸੇ ਗੈਸਿਸ ਹੁੰਦੀਆਂ ਨੇ, ਇਹਨਾਂ ਦੇ ਵਿੱਚ ਵੋਲਿਊਮ ਤੇ ਮਾਸ ਜਿਹੜੀਆਂ ਚੀਜ਼ਾਂ ਨੇ ਉਹ ਫਿਕਸ ਨਹੀਂ ਹੁੰਦੀਆਂ, ਲੇਕਿਨ ਇਹਨਾਂ ਦੇ ਵਿੱਚ ਇੱਕ ਖਾਸੀਅਤ ਹੁੰਦੀ ਜਿਹਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਆ ਕਿ ਇਹ ਕੰਪਰੈਸਿਬਲ ਹੁੰਦੀਆਂ ਨੇ। ਕੰਪਰੈਸਿਬਲ ਦਾ ਮਤਲਬ ਕੀ ਹੈ? ਕਿ ਆਪਾਂ ਕਿਸੇ ਵੀ ਚੀਜ਼ ਨੂੰ ਕੰਪਰੈਸ ਕਰੀਏ। ਕੰਪਰੈਸ ਮਤਲਬ ਕਿ ਜੇ ਆਪਾਂ ਗੈਸਿਸ ਨੂੰ ਕੰਪਰੈਸ ਕਰਾਂਗੇ, ਉਹਦੇ ਮੋਲੀਕਿਊਲਸ ਜਿਹੜੇ ਹੈਗੇ ਆ, ਜਿੱਦਾਂ ਹੁਣ ਆ ਦੇਖੋ ਫੋਰਸਿਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਸੀ ਇਹਦੇ 'ਚ, ਲੇਕਿਨ ਜੇ ਲਿਕੁਇਡ ਦਾ ਕੇਸ ਹੋਊਗਾ ਤੇ ਉਹਦੇ 'ਚ ਮੋਲੀਕਿਊਲਸ ਇੱਦਾਂ ਦੂਰ ਦੂਰ ਹੋਣਗੇ। ਤੇ ਗੈਸਿਸ ਦੇ ਵਿੱਚ ਇੱਕ ਮੋਲੀਕੂਲ ਇੱਥੇ ਹੋ ਗਿਆ, ਇੱਕ ਮੋਲੀਕੂਲ ਇੱਥੇ ਹੋ ਗਿਆ, ਇੱਕ ਮੋਲੀਕੂਲ ਇੱਥੇ, ਮਤਲਬ ਕਾਫੀ ਦੂਰ ਦੂਰ ਨੇ। ਲੇਕਿਨ ਜੇ ਤੁਸੀਂ ਦੇਖੋ ਕਿ ਇਹਨਾਂ ਚਾਰ, ਜੇ ਆਪਾਂ ਮੋਲੀਕੂਲਸ ਚਾਰਾਂ ਦੀ ਐਗਜ਼ਾਮਪਲ ਲੈਂਦੇ ਹਾਂ ਇੱਥੇ, ਇਹਨਾਂ ਚਾਰ ਮੋਲੀਕੂਲਸ ਨੂੰ ਜੇ ਆਪਾਂ ਕੰਪਰੈਸ ਕਰਦੇ ਹਾਂ ਤੇ ਆ ਇਸ ਤਰੀਕੇ ਨਾਲ ਨੇੜੇ ਆ ਜਾਣਗੇ। ਪਹਿਲਾਂ ਇਹ ਲਿਕੁਇਡ ਬਣ ਜਾਣਗੇ, ਜੇ ਆਪਾਂ ਇਹਨਾਂ ਨੂੰ ਹੋਰ ਕੰਪਰੈਸ ਕਰਾਂਗੇ ਤੇ ਫਿਰ ਇਹ ਸੋਲਿਡ ਬਣ ਜਾਣਗੇ। ਮਤਲਬ ਗੈਸਿਸ ਜਿਹੜੀਆਂ ਹੁੰਦੀਆਂ ਨੇ ਉਹ ਕੰਪਰੈਸਿਬਲ ਹੁੰਦੀਆਂ ਨੇ। ਕਿੱਦਾਂ? ਕਿ ਜੇ ਆਪਾਂ ਉਹਨਾਂ ਦੇ ਵਿੱਚ ਪ੍ਰੈਸ਼ਰ ਜਾਂ ਵੋਲਿਊਮ ਦਾ ਚੇਂਜ ਕਰੀਏ। ਹੁਣ ਇੱਥੇ ਆਪਾਂ ਲਿਖ ਦਿੰਦੇ ਹਾਂ ਬੱਚੇ, ਜੇ ਆਪਾਂ ਵੋਲਿਊਮ ਨੂੰ ਡਿਕਰੀਜ਼ ਕਰੀਏ, ਇਹ ਜਿਹੜਾ ਥਰਡੇ ਪਾਸੇ ਨੂੰ ਐਰੋ ਲਾਈਦਾ ਬੱਚੇ, ਇਹਦਾ ਮਤਲਬ ਹੁੰਦਾ ਡਿਕਰੀਜ਼। ਹੁਣ ਜੇ ਆਪਾਂ ਵੋਲਿਊਮ ਨੂੰ ਡਿਕਰੀਜ਼ ਕਰਦੇ ਹਾਂ ਤੇ ਜਿਹੜੀਆਂ ਗੈਸਿਸ ਨੇ ਉਹ ਕੀ ਆ? ਪਹਿਲਾਂ ਲਿਕੁਇਡ ਬਣ ਜਾਣਗੀਆਂ, ਫਿਰ ਉਸ ਤੋਂ ਬਾਅਦ ਸੋਲਿਡਸ ਬਣ ਜਾਣਗੀਆਂ। ਠੀਕ ਹੈ। ਹੁਣ ਆਪਾਂ ਇੱਧਰ ਜਾਂਦੇ ਹਾਂ ਕਿ ਕੈਮੀਕਲ ਪ੍ਰੋਪਰਟੀਜ਼ ਕੀ ਆ ਬੱਚੇ। ਆਪਾਂ ਨੂੰ ਜ਼ਿਆਦਾ ਮਿਕਸਚਰਸ ਨੂੰ ਆਪਾਂ ਜ਼ਿਆਦਾ ਸਟੱਡੀ ਨਹੀਂ ਕਰਾਂਗੇ, ਕਿਉਂਕਿ ਜਿਹਦੇ ਵਿੱਚ ਇੱਕ ਮਤਲਬ ਕਿ ਜਿਨ੍ਹਾਂ ਦੇ ਵਿੱਚ ਇੱਕ ਸਿਸਟਮ ਨਹੀਂ ਹੁੰਦਾ, ਜਿਹੜੇ ਸਿਸਟਮੈਟਿਕ ਤਰੀਕੇ ਨਾਲ ਨਹੀਂ ਹੁੰਦੇ, ਰੈਗੂਲੈਰਿਟੀ ਕੋਈ ਨਹੀਂ ਹੁੰਦੀ, ਆਪਾਂ ਉਹਨਾਂ ਨੂੰ ਸਟੱਡੀ ਨਹੀਂ ਕਰਦੇ। ਇਸ ਕਰਕੇ ਮਿਕਸਚਰਸ ਨੂੰ ਆਪਾਂ ਨਹੀਂ ਪੜਾਂਗੇ, ਲੇਕਿਨ ਪਿਓਰ ਸਬਸਟੈਂਸ ਨੂੰ ਪੜਾਂਗੇ। ਹੁਣ ਪਿਓਰ ਸਬਸਟੈਂਸ ਜਿਹੜੇ ਹੁੰਦੇ ਆ ਇਹ ਫਰਦਰ ਅੱਗੇ ਦੋ ਹਿੱਸਿਆਂ 'ਚ ਡਿਵਾਈਡ ਹੁੰਦੇ ਆ। ਵਨ ਇਜ਼ ਐਲੀਮੈਂਟ, ਜਿਹੜਾ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਹੋਏਗਾ, ਐਂਡ ਸੈਕੰਡ ਇਜ਼ ਕੰਪਾਊਂਡ। ਬੱਚੇ ਦੇਖੋ ਐਲੀਮੈਂਟਸ ਦਾ ਆਪਾਂ 10th ਦੇ ਵਿੱਚ ਵੀ ਪੜ੍ਹਿਆ ਕਿ ਐਲੀਮੈਂਟਸ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਸੇਮ ਟਾਈਪ ਆਫ ਐਟਮਸ ਜੁੜੇ ਹੁੰਦੇ ਆ।
ਉਹ ਐਲੀਮੈਂਟਸ ਬਣਾਉਂਦੇ ਆ, ਤੇ ਕੰਪਾਊਂਡਸ ਕੀ ਹੁੰਦੇ ਆ ਕਿ ਜਿਹਦੇ ਵਿੱਚ ਡਿਫਰੈਂਟ ਐਟਮਸ ਜੁੜੇ ਹੁੰਦੇ ਆ, ਲੇਕਿਨ ਉਹਨਾਂ ਦੀ ਇੱਕ ਡੈਫੀਨੇਟ ਰੇਸ਼ੋ ਹੁੰਦੀ ਆ। ਫॉर ਐਗਜ਼ਾਮਪਲ ਜੇ ਮੈਂ 2 ਹਾਈਡਰੋਜਨ ਜੋੜਦਾ ਤੇ 1 ਆਕਸੀਜਨ ਜੋੜਦਾ ਤੇ ਇਹ ਕੰਪਾਊਂਡ ਬਣਾਏਗਾ। ਲੇਕਿਨ ਜੇ ਮੈਂ ਸੇਮ ਟਾਈਪ ਆਫ ਐਟਮਸ ਹੀ ਜੋੜੀ ਜਾਵਾਂ, ਜਿੱਦਾਂ ਕਾਰਬਨ ਹੋ ਗਿਆ, ਕਾਰਬਨ ਸੇਮ ਟਾਈਪ ਆਫ ਐਟਮਸ ਜੁੜਦੇ ਆ, ਫਿਰ ਹਾਈਡਰੋਜਨ ਹੋ ਗਿਆ, ਜੇ ਸੇਮ ਟਾਈਪ ਦੇ ਜੋੜੀ ਜਾਣਾ ਉਹ ਹਾਈਡਰੋਜਨ ਬਣਾ ਦੇਗਾ। ਇਹਨਾਂ ਨੂੰ ਆਪਾਂ ਐਲੀਮੈਂਟਸ ਗਿਣਦੇ ਹਾਂ, ਜਿਹੜੇ ਆਪਾਂ ਪੀਰੀਓਡਿਕ ਟੇਬਲ 'ਚ ਪੜ੍ਹਦੇ ਹਾਂ। ਹੁਣ ਬੱਚੇ ਦੇਖੋ, ਐਲੀਮੈਂਟਸ ਦੀ ਕਲਾਸੀਫਿਕੇਸ਼ਨ ਆਪਾਂ ਫਰਦਰ ਕਰਦੇ ਹਾਂ। ਐਲੀਮੈਂਟਸ ਦੀ ਕਲਾਸੀਫਿਕੇਸ਼ਨ ਅੱਗੇ ਹੋ ਜਾਂਦੀ ਆ, ਐਲੀਮੈਂਟਸ ਨੂੰ ਆਪਾਂ 3 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ ਅੱਗੇ। ਵਨ ਇਜ਼ ਮੈਟਲਸ, ਨॉन ਮੈਟਲਸ, ਤੇ ਇੱਕ ਹੁੰਦੇ ਆ ਮੈਟਲੋਇਡਸ। ਮੈਟਲੋਇਡਸ। ਹੁਣ ਆਪਾਂ ਦੇਖੋ ਧਿਆਨ ਨਾਲ ਬੱਚੇ, ਮੈਟਲਸ ਦਾ ਵੀ ਤੁਹਾਨੂੰ ਥੋੜਾ ਬਹੁਤਾ ਪਤਾ ਹੋਏਗਾ ਕਿਉਂਕਿ 10th ਦੇ ਵਿੱਚ ਪੜ੍ਹਾਇਆ ਜਾਂਦਾ। ਨॉन ਮੈਟਲਸ ਦਾ ਵੀ ਤੁਹਾਨੂੰ ਪੜ੍ਹਾਇਆ ਹੋਏਗਾ। ਜਿੱਦਾਂ ਆਪਾਂ ਮੈਟਲਸ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਸੋਡੀਅਮ ਹੋ ਗਿਆ, ਨॉन ਮੈਟਲ ਦੀ ਸੋਡੀਅਮ ਹੋ ਗਿਆ, ਔਰ ਇਸ ਤੋਂ ਬਾਅਦ ਪੋਟਾਸੀਅਮ ਹੋ ਗਿਆ, ਰੂਬੀਡੀਅਮ ਹੋ ਗਿਆ। ਤੁਸੀਂ ਪੀਰੀਓਡਿਕ ਟੇਬਲ ਦੇ ਪਹਿਲੇ 2 ਗਰੁੱਪ ਦੇਖੋਗੇ ਤੇ ਉਹਨਾਂ ਦੇ ਵਿੱਚ ਤੁਹਾਨੂੰ ਕੀ ਦਿਖੇਗਾ ਕਿ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਮੈਟਲਸ ਜਿਹੜੇ ਹੁੰਦੇ ਆ ਪਹਿਲੇ 2 ਗਰੁੱਪਸ ਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਮੈਟਲਸ ਕਹਿੰਦੇ ਆ। ਉਸ ਤੋਂ ਬਾਅਦ ਨॉन ਮੈਟਲਸ ਜਿਹੜੇ ਹੁੰਦੇ ਆ ਉਹ ਪੀ ਬਲੌਕ ਦੇ ਐਲੀਮੈਂਟਸ ਹੁੰਦੇ ਆ। ਜਿੱਦਾਂ ਸੱਜੇ ਪਾਸੇ ਜਿਹੜੇ 6 ਹੈਗੇ ਆ, ਉਹਨਾਂ ਨੂੰ ਆਪਾਂ 6 ਗਰੁੱਪਸ ਨੇ ਜਿਹੜੇ, ਉਹਨਾਂ ਨੂੰ ਆਪਾਂ ਨॉन ਮੈਟਲਸ ਦੇ ਵਿੱਚ ਕੰਸੀਡਰ ਕਰਦੇ ਹਾਂ। ਨॉन ਮੈਟਲਸ ਦੀ ਐਗਜ਼ਾਮਪਲ ਲੈ ਲੈਂਦੇ ਆ, ਜਿੱਦਾਂ ਕਾਰਬਨ ਹੀ ਹੋ ਗਿਆ, ਉਸ ਤੋਂ ਬਾਅਦ ਕਲੋਰੀਨ ਗੈਸ ਹੋ ਗਈ, ਬ੍ਰੋਮੀਨ ਗੈਸ ਹੋ ਗਈ, ਥੀਸ ਆਰ ਨॉन ਮੈਟਲਸ। ਤੇ ਮੈਟਲੋਇਡਸ ਕਿਹੜੇ ਹੁੰਦੇ ਆ? ਮੈਟਲੋਇਡਸ ਹੁੰਦੇ ਆ ਜਿੱਦਾਂ ਐਂਟੀਮਨੀ, ਆਰਸਨਿਕ, ਬਿਸਮਥ। ਹਜੇ ਤੁਹਾਨੂੰ ਸ਼ਾਇਦ ਇਹ ਨਵੇਂ ਨਾਂ ਲੱਗਣ, ਨਵੇਂ ਐਲੀਮੈਂਟਸ ਲੱਗਣ ਪੀਰੀਓਡਿਕ ਟੇਬਲ 'ਚੋਂ, ਲੇਕਿਨ ਇਹਨਾਂ ਦਾ ਬਹੁਤ ਜ਼ਿਆਦਾ ਅੱਗੇ ਆਪਾਂ ਇਹਨਾਂ ਨੂੰ ਡਿਟੇਲ ਸਟੱਡੀ ਕਰਾਂਗੇ। ਜਿੱਦਾਂ ਐਸ ਬਲੌਕ ਹੋ ਗਿਆ, ਪੀ ਬਲੌਕ ਹੋ ਗਿਆ, ਡੀ ਬਲੌਕ ਹੋ ਗਿਆ, ਫਿਰ ਐਫ ਵੀ ਪੜਾਂਗੇ ਆਪਾਂ। ਇਹਨਾਂ ਨੂੰ 1 ਬਾਏ 1 ਆਪਾਂ ਸਟੱਡੀ ਕਰਾਂਗੇ। ਹੁਣ ਬੱਚੇ ਕੀ ਹੁੰਦਾ ਵਾ ਕਿ ਆਪਾਂ ਕੰਪਾਊਂਡਸ ਜਿਹੜੇ ਹੈਗੇ ਆ, ਕੰਪਾਊਂਡਸ ਤੋਂ ਬੜਾ ਜ਼ਿਆਦਾ ਸਟੱਡੀ ਕਰਦੇ ਹਾਂ ਆਪਾਂ ਡਿਟੇਲ ਦੇ ਵਿੱਚ, ਜਿਹੜੀ ਆਰਗੈਨਿਕ ਕਹਿ ਰਿਹਾ ਮੈਂ, ਸੌਰੀ, ਆਪਾਂ ਕੈਮਿਸਟਰੀ ਦੇ ਵਿੱਚ। ਹੁਣ ਕੰਪਾਊਂਡਸ ਦੇਖੋ, ਕੰਪਾਊਂਡਸ ਜਿਹੜੇ ਹੁੰਦੇ ਆ, ਕੰਪਾਊਂਡਸ ਦੀ ਹੀ ਜ਼ਿਆਦਾ ਸਟੱਡੀ ਹੁੰਦੀ ਹੈ ਇਹਦੇ ਵਿੱਚ, ਕੈਮਿਸਟਰੀ ਦੇ ਵਿੱਚ। ਕੰਪਾਊਂਡਸ 2 ਤਰੀਕੇ ਦੇ ਹੁੰਦੇ ਬੱਚੇ, ਤੁਸੀਂ 10th ਦੇ ਵਿੱਚ ਵੀ ਪੜ੍ਹਿਆ ਹੋਊਗਾ ਕਿ ਇੱਕ ਤੇ ਆਰਗੈਨਿਕ ਕੈਮਿਸਟਰੀ ਹੁੰਦੀ ਹੈ, ਜਿਹੜੇ ਕਿ ਆਰਗੈਨਿਕ ਕੰਪਾਊਂਡਸ ਤੋਂ ਬਣਦੀ ਹੈ, ਠੀਕ ਹੈ। ਜਿਹੜੀ ਆਰਗੈਨਿਕ ਕੰਪਾਊਂਡਸ ਦੇ ਨਾਲ ਡੀਲ ਕਰਦੀ ਆਪਾਂ ਉਸ ਕੈਮਿਸਟਰੀ ਨੂੰ ਆਰਗੈਨਿਕ ਕੈਮਿਸਟਰੀ ਕਹਿ ਦਿੰਦੇ ਆ। ਤੇ ਦੂਜੀ ਜਿਹੜੀ ਕੈਮਿਸਟਰੀ ਹੁੰਦੀ ਆ ਉਹਨੂੰ ਆਪਾਂ ਇਨਆਰਗੈਨਿਕ ਕਹਿ ਦਿੰਦੇ ਆ। ਇਨਆਰਗੈਨਿਕ ਦਾ ਮਤਲਬ ਕੀ ਹੈ? ਜਿੱਦਾਂ ਆਪਾਂ ਆਰਗੈਨਿਕ ਨੂੰ ਥੋੜਾ ਸਮਝੋ ਕਿ ਜੇ ਸੋਰਸ ਜਿਹੜਾ ਹੈਗਾ, ਕਿ ਸੋਰਸ ਆਫ ਦੈਟ ਕੰਪਾਊਂਡ, ਕਿ ਜਿੱਥੋਂ ਇਹ ਮਿਲਦਾ, ਜੇ ਉਹਨੂੰ ਆਪਾਂ ਲਿਵਿੰਗ ਕਹਿੰਦੇ ਆ, ਕਿ ਉਹ ਜੇ ਲਿਵਿੰਗ ਆ ਤੇ ਫਿਰ ਤੇ ਉਹਨੂੰ ਆਪਾਂ ਆਰਗੈਨਿਕ ਦੇ ਵਿੱਚ ਪੜਾਂਗੇ। ਤੇ ਜੇ ਉਹ ਇਨਆਰਗੈਨਿਕ ਆ ਤੇ ਇਹਦਾ ਮਤਲਬ ਕਿ ਜਿਹੜਾ ਸੋਰਸ ਆ ਉਹ ਨॉन ਲਿਵਿੰਗ ਆ, ਨॉन ਲਿਵਿੰਗ ਸੋਰਸ ਤੋਂ ਉਹ ਮਿਲਦਾ। ਇਸੇ ਤਰੀਕੇ ਨਾਲ ਬੱਚੇ ਆਪਾਂ ਸਟੱਡੀ ਕਰਦੇ ਹਾਂ। ਲੇਕਿਨ ਪਹਿਲਾਂ ਪੜ੍ਹਿਆ ਜਾਂਦਾ ਹੈ ਕਿ ਸੋਰਸਸ ਜਿਹੜੇ ਹੁੰਦੇ ਆ ਉਹ ਲਿਵਿੰਗ ਹੋਣ, ਲੇਕਿਨ ਫਿਰ ਜਿੱਦਾਂ ਜਿੱਦਾਂ ਇਨਵੈਂਸ਼ਨਸ ਹੋਈਆਂ, ਯੂਰੀਆ ਜਿਹੜਾ ਹੈਗਾ ਸੀ, ਯੂਰੀਆ ਇੱਕ ਫਸਟ ਸੀ ਜਿਹੜਾ ਆਰਗੈਨਿਕ ਕੰਪਾਊਂਡ ਸੀ, ਜਿਹੜਾ ਕਿ ਆਪਾਂ ਸਿੰਥੈਟਿਕਲੀ ਪ੍ਰਿਪੇਅਰ ਕੀਤਾ ਸੀ। ਫਸਟ ਜਿਹੜਾ ਆਰਗੈਨਿਕ ਕੰਪਾਊਂਡ ਆਪਾਂ ਸਿੰਥੈਟਿਕਲੀ ਪ੍ਰਿਪੇਅਰਡ ਕੀਤਾ ਸੀ, ਦੈਟ ਵਾਜ਼ ਯੂਰੀਆ, ਠੀਕ ਹੈ। ਇਨਆਰਗੈਨਿਕ ਕੰਪਾਊਂਡ ਬਹੁਤ ਨੇ ਬੱਚੇ, ਜਿੱਦਾਂ ਮੰਨ ਲਓ ਕਿ ਰੌਕ ਸਾਲਟ ਹੋ ਗਿਆ, NaCl ਹੋ ਗਿਆ, NaCl, Na2CO3, ਜਿੰਨੇ ਵੀ ਸਾਲਟਸ ਵਗੈਰਾ ਦੇਖਦੇ ਜੋ, NaHCO3, ਸੋਡੀਅਮ ਬਾਈਕਾਰਬੋਨੇਟ, ਇਹ ਸਭ ਜਿਹੜੇ ਹੈਗੇ ਨੇ ਇਹ ਇਨਆਰਗੈਨਿਕ ਕੈਮਿਸਟਰੀ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ। ਹੁਣ ਬੱਚੇ ਅੱਗੇ ਆਪਾਂ ਪੜ੍ਹਦੇ ਹਾਂ ਪ੍ਰੋਪਰਟੀਜ਼। ਪ੍ਰੋਪਰਟੀਜ਼ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਆਪਾਂ ਪ੍ਰੋਪਰਟੀਜ਼ ਸਟੱਡੀ ਕਰਦੇ ਹਾਂ ਥੋੜ੍ਹੀਆਂ ਜਿਹੀਆਂ, ਠੀਕ ਹੈ, 1 ਬਾਏ 1, ਕਿ ਵਾਟ ਆਰ ਪ੍ਰੋਪਰਟੀਜ਼। ਹੁਣ ਜਦੋਂ ਆਪਾਂ ਪ੍ਰੋਪਰਟੀਜ਼ ਨੂੰ ਦੇਖਦੇ ਹਾਂ ਤੇ ਬੱਚੇ, ਪ੍ਰੋਪਰਟੀਜ਼ ਆਫ ਮੈਟਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਆਪਾਂ ਅੱਗੇ ਡਿਵਾਈਡ ਕਰਦੇ ਹਾਂ। ਫਸਟ ਆਰ ਫੰਡਾਮੈਂਟਲ ਪ੍ਰੋਪਰਟੀਜ਼। ਬੱਚੇ ਫੰਡਾਮੈਂਟਲ ਪ੍ਰੋਪਰਟੀਜ਼ ਆ ਬੱਚੇ ਕਿ ਜਿਹੜੀਆਂ ਆਪਣੇ ਆਪ 'ਚ ਹੀ ਪ੍ਰੈਜ਼ੈਂਟ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਡਿਰਾਈਵ ਨਹੀਂ ਕੀਤਾ ਹੁੰਦਾ। ਤੁਸੀਂ ਫਿਜ਼ਿਕਸ ਦੇ ਵਿੱਚ ਵੀ ਡਿਰਾਈਵਡ ਯੂਨਿਟਸ ਵਗੈਰਾ ਜਿੱਦਾਂ ਪੜ੍ਹੀਆਂ ਹੁੰਦੀਆਂ ਨੇ, ਉੱਦਾਂ ਹੀ ਫੰਡਾਮੈਂਟਲ ਪ੍ਰੋਪਰਟੀਜ਼ ਤੇ ਇੱਕ ਡਿਰਾਈਵਡ ਪ੍ਰੋਪਰਟੀਜ਼ ਹੁੰਦੀਆਂ ਨੇ। ਤੇ ਆਪਾਂ ਇੱਥੇ ਦੇਖਦੇ ਹਾਂ
ਕਿ ਜਿੱਦਾਂ ਫੰਡਾਮੈਂਟਲ ਪ੍ਰੋਪਰਟੀ ਹੈ ਬੱਚੇ, ਫੰਡਾਮੈਂਟਲ ਪ੍ਰੋਪਰਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ। ਪਹਿਲੀ ਆ ਜਾਂਦੀ ਹੈ ਟੈਂਪਰੇਚਰ, ਦੂਜਾ ਆ ਜਾਂਦਾ ਮਾਸ, ਤੀਜਾ ਆ ਜਾਂਦਾ ਆਪਣਾ ਲੈਂਥ, फोर्थ आ जाता टाइम, फिर फिफ्थ आ जाता करंट, फिर सिक्स्थ आंदा ल्यूमिनस इंटेंसिटी, फिर आ जाता सैवंथ अमाउंट ऑफ सबसटेंस, अमाउंट ऑफ सबसटेंस। ਹੁਣ ਤੁਸੀਂ ਦੇਖੋ ਬੱਚੇ, ਪ੍ਰੋਪਰਟੀਜ਼ ਦੇ ਵਿੱਚ ਜਿੱਦਾਂ ਫੰਡਾਮੈਂਟਲ ਜਿਹੜੀਆਂ ਪ੍ਰੋਪਰਟੀਜ਼ ਨੇ, ਇਹਨਾਂ ਨੂੰ ਜਦੋਂ ਤੁਸੀਂ ਸਟੱਡੀ ਕਰਦੇ ਜੋ, ਟੈਂਪਰੇਚਰ ਨੂੰ ਆਪਾਂ ਨਾਰਮਲੀ ਕੈਲਵਿਨ ਦੇ ਵਿੱਚ ਪੜ੍ਹਦੇ ਹਾਂ, ਤੇ ਮਾਸ ਨੂੰ ਆਪਾਂ ਜਿਹੜਾ ਸਟੱਡੀ ਕਰਦੇ ਹਾਂ ਦੈਟ ਇਜ਼ ਕੇਜੀ ਇਨ ਸਿਸਟਮ ਇੰਟਰਨੈਸ਼ਨਲ, ਤੇ ਸੀਜੀਐਸ ਸਿਸਟਮ ਦੇ ਵਿੱਚ ਗ੍ਰਾਮਸ ਦੇ ਵਿੱਚ ਆਪਾਂ ਪੜ੍ਹਦੇ ਹਾਂ। ਸੀਜੀਐਸ ਸਿਸਟਮ ਦੇ ਵਿੱਚ ਆਪਾਂ ਇਹਨੂੰ ਗ੍ਰਾਮਸ 'ਚ ਪੜ੍ਹਦੇ ਹਾਂ। ਤੇ ਲੈਂਥ ਜਿਹੜੀ ਹੁੰਦੀ ਆ ਦੈਟ ਇਜ਼ ਇਨ ਮੀਟਰ, ਫਿਰ ਟਾਈਮ ਜਿਹੜਾ ਹੈਗਾ ਦੈਟ ਇਜ਼ ਇਨ ਸੈਕਿੰਡ, ਕਰੰਟ ਜਿਹੜਾ ਹੈਗਾ ਉਹਨੂੰ ਆਪਾਂ ਐਂਪੀਅਰ 'ਚ ਪੜ੍ਹਦੇ ਹਾਂ, ल्यूमिनस इंटेंसिटी ਜਿਹੜੀ ਹੈਗੀ ਆ ਉਹਨੂੰ ਆਪਾਂ ਕੈਂਡੇਲਾ 'ਚ ਪੜ੍ਹਦੇ ਹਾਂ, ਤੇ ਜਿਹੜਾ ਅਮਾਊਂਟ ਆਫ ਸਬਸਟੈਂਸ ਆ ਜਿਹੜਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਜਿਹੜਾ ਕਿ ਮਤਲਬ ਸਾਰੀ ਕੈਮਿਸਟਰੀ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਯੂਜ਼ਫੁਲ ਆ, ਦੈਟ ਇਜ਼ ਮੋਲ। ਹੁਣ ਆਪਾਂ ਡਰਾਈਵਡ ਯੂਨਿਟਸ ਜਾਂ ਡਰਾਈਵਡ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਸਟੱਡੀ ਕਰਾਂਗੇ। ਫੋਰ ਐਗਜ਼ਾਮਪਲ ਮੰਨ ਲਓ ਕਿ ਮੈਂ ਇੱਕ ਤੁਹਾਨੂੰ ਡਿਰਾਈਵਡ ਦੀ ਐਗਜ਼ਾਮਪਲ ਦੇ ਦਿੰਦਾ। ਡਰਾਈਵਡ ਜਿਹੜੀਆਂ ਯੂਨਿਟਸ ਨੇ ਮਤਲਬ ਕਿ ਇਹ ਪ੍ਰੋਪਰਟੀਜ਼ ਦੇ ਵਿੱਚ ਹੀ ਆ ਕਿ ਯੂਨਿਟਸ ਜਿਹੜੀਆਂ ਇਹ ਨੇ ਇਹ ਮੈਟਰ ਦੀਆਂ ਆਪਣੀਆਂ ਯੂਨਿਟਸ ਨਹੀਂ ਹੁੰਦੀਆਂ ਬਾਈ ਇਟਸ ਓਨ, ਲੇਕਿਨ ਇਹਨਾਂ ਨੂੰ ਬਣਾਇਆ ਜਾਂਦਾ। ਫੋਰ ਐਗਜ਼ਾਮਪਲ ਕਿ ਵੋਲਿਊਮ ਹੋ ਗਈ, ਵੋਲਿਊਮ ਫਸਟ ਯੂਨਿਟ ਆ। ਵੋਲਿਊਮ ਦਾ ਤੁਹਾਨੂੰ ਪਤਾ ਹੀ ਆ ਕਿ ਜੇ ਆਪਾਂ ਲੈਂਥ ਨੂੰ ਹੀ ਲੈਂਥ ਦਾ ਕਿਊਬ ਕਰ ਦਈਏ, ਲੈਂਥ ਨੂੰ ਜਦੋਂ ਤੁਸੀਂ ਮੰਨ ਲਓ ਕਿਸੇ ਕਮਰੇ ਦਾ ਤੁਸੀਂ ਵੋਲਿਊਮ ਵੇਖਣਾ ਵਾ ਤੇ ਤੁਸੀਂ ਕੀ ਕਰੋਗੇ ਕਿ ਲੈਂਥ ਬ੍ਰੈਥ ਤੇ ਹਾਈਟ ਨੂੰ ਮਲਟੀਪਲਾਈ ਕਰ ਦੋਗੇ ਤਿੰਨਾਂ ਚੀਜ਼ਾਂ ਨੂੰ। ਇਹਦਾ ਮਤਲਬ ਤੁਸੀਂ ਦੇਖੋ ਕਿ ਲੈਂਥ ਦੇ ਵਿੱਚ ਹੀ ਲੈ ਰਹੇ ਜੋ। ਹੁਣ ਉਹਦੀ ਜਿੰਨੀ ਚੌੜਾਈ ਆ, ਮੋਟਾਈ ਆ, ਉਚਾਈ ਆ, ਉਹ ਲੈਂਥ ਦੇ ਵਿੱਚ ਹੀ ਹੋਇਆ। ਜੇ ਆਪਾਂ ਲੈਂਥ ਨੂੰ ਕਿਊਬ ਕਰ ਦਿੰਦੇ ਆ ਤੇ ਉਹ ਇੱਕ ਡਰਾਈਵਡ ਯੂਨਿਟ ਬਣ ਜਾਂਦੀ ਆ ਤੇ ਆਪਾਂ ਉਹਨੂੰ ਮੀਟਰ ਕਿਊਬ ਕਹਿ ਦਿੰਦੇ ਆ। ਠੀਕ ਹੈ, ਕਿਉਂਕਿ ਆਹ ਮੀਟਰ ਜਿਹੜੀ ਹੈਗੀ ਆ ਦੈਟ ਇਜ਼ ਫੰਡਾਮੈਂਟਲ ਯੂਨਿਟ। ਬੱਚੇ ਫੰਡਾਮੈਂਟਲ ਯੂਨਿਟ ਦਾ ਆਪਾਂ ਕਿਊਬ ਕਰਤਾ ਕਿਉਂਕਿ ਲੈਂਥ ਦੀ ਯੂਨਿਟ ਕੀ ਸੀ? ਮੀਟਰ। ਹੁਣ ਜੇ ਆਪਾਂ ਅੱਗੇ ਡੈਂਸਿਟੀ ਕਹਿ ਦਿੰਦੇ ਆ ਬੱਚੇ, ਡੈਂਸਿਟੀ ਦਾ ਫਾਰਮੂਲਾ ਹੁੰਦਾ ਮਾਸ ਪਰ ਯੂਨਿਟ ਵੋਲਿਊਮ। ਇਹ ਬੱਚੇ ਤੁਸੀਂ ਪਹਿਲਾਂ ਵੀ ਪੜ੍ਹੀਆਂ ਹੋਣਗੀਆਂ, ਆਪਾਂ ਇਹਨਾਂ ਤੇ ਉੱਤੇ ਜ਼ਿਆਦਾ ਧਿਆਨ ਨਹੀਂ ਦੇਣਾ। ਮਤਲਬ ਕਿ ਪੜ੍ਹਨਾ ਤੇ ਆਪਾਂ ਇਹਨਾਂ ਨੂੰ ਵੀ ਹੈਗਾ, ਲੇਕਿਨ ਆਪਾਂ ਜ਼ਿਆਦਾ ਧਿਆਨ ਦੇਣਾ ਮੋਲ ਤੇ। ਹੁਣੇ ਮੈਂ ਇੱਕ ਐਗਜ਼ਾਮਪਲ ਹੋਰ ਦੇ ਕੇ ਆ ਡੈਂਸਿਟੀ ਦੀ ਐਗਜ਼ਾਮਪਲ ਦੇ ਕੇ ਉਸ ਤੋਂ ਬਾਅਦ ਆਪਾਂ ਮੋਲ ਤੇ ਆਉਂਦੇ ਹਾਂ। ਹੁਣ ਡੈਂਸਿਟੀ ਕੀ ਚੀਜ਼ ਹੁੰਦੀ ਆ? ਡੈਂਸਿਟੀ ਹੋ ਗਈ ਮਾਸ ਪਰ ਯੂਨਿਟ ਵੋਲਿਊਮ। ਹੁਣ ਮਾਸ ਜਿਹੜਾ ਹੈਗਾ ਦੈਟ ਇਜ਼ ਇਨ ਕੇਜੀ। ਜੇ ਆਪਾਂ ਹੁਣ ਮਾਸ ਦੀ ਯੂਨਿਟ ਕੇਜੀ ਲਾ ਦਈਏ ਤੇ ਓਵਰ ਵੋਲਿਊਮ ਦੀ ਯੂਨਿਟ ਹੁਣੇ ਆਪਾਂ ਕੈਲਕੂਲੇਟ ਕੀਤੀ ਹੈ ਦੈਟ ਇਜ਼ ਮੀਟਰ ਕਿਊਬ, ਤੇ ਇਹ ਜਿਹੜੀ ਡਰਾਈਵਡ ਯੂਨਿਟ ਬਣ ਗਈ ਆ ਉਹ ਆ -3 kg ਪਰ ਮੀਟਰ ਕਿਊਬ ਹੋ ਗਈ। ਠੀਕ ਹੈ, ਤੇ ਜੇ ਆਪਾਂ ਇਹਨੂੰ CGS 'ਚ ਲੈ ਲਾਂਗੇ ਤੇ ਫਿਰ ਕੀ ਆ ਕਿ kg ਦੀ ਜਗ੍ਹਾ ਤੇ ਸਾਡੇ ਕੋਲੇ ਗ੍ਰਾਮ ਆ ਜਾਏਗਾ ਤੇ ਮੀਟਰ ਦੀ ਜਗ੍ਹਾ ਤੇ ਆਪਣੇ ਕੋਲੇ ਕੀ ਆ ਜਾਏਗਾ? ਦੈਟ ਇਜ਼ ਮੀਟਰ ਦੀ ਜਗ੍ਹਾ ਤੇ ਕੀ ਆ ਜਾਏਗਾ ਆਪਣੇ ਕੋਲੇ? ਸੈਂਟੀਮੀਟਰ। ਹੁਣ ਦੇਖੋ ਲੈਂਥ ਦੀ ਯੂਨਿਟ ਵੋਲਿਊਮ ਸੀ, ਜਿੱਥੇ ਆਪਾਂ ਮੀਟਰ ਕਿਊਬ ਲਿਖਿਆ ਹੈ ਇੱਥੇ ਆਪਾਂ ਸੈਂਟੀਮੀਟਰ ਕਿਊਬ ਕਰ ਦਾਂਗੇ, ਮਤਲਬ ਗ੍ਰਾਮ ਸੈਂਟੀਮੀਟਰ ਕਿਊਬ। ਆ ਮਾਈਨਸ ਆ ਬੱਚੇ, ਮਾਈਨਸ ਤੁਹਾਨੂੰ ਪਤਾ ਹੀ ਹੈ ਕਿ ਡਿਨੋਮੀਨੇਟਰ ਨੂੰ ਇੱਥੇ ਡਿਨੋਟ ਕਰ ਰਿਹਾ। ਹੁਣ ਜ਼ਿਆਦਾਤਰ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਬਾਕੀ ਸਾਰੀਆਂ ਯੂਨਿਟਸ ਤਾਂ ਤੁਸੀਂ ਪੜ੍ਹੀਆਂ ਹੀ ਆ, ਕੁਝ ਫਿਜ਼ਿਕਸ 'ਚ ਪੜ੍ਹੀਆਂ ਹੋਣਗੀਆਂ ਤੇ ਕੁਝ 10th ਦੇ ਵਿੱਚ ਕੈਮਿਸਟਰੀ ਦੇ ਵਿੱਚ ਪੜ੍ਹਿਆ ਹੋਣਾ, ਲੇਕਿਨ ਇੱਕ ਚੀਜ਼ ਜਿਹੜੀ ਆਉਂਦੀ ਆ ਦੈਟ ਇਜ਼ ਮੋਲ। ਆਪਾਂ ਹੁਣ ਸਿਰਫ ਤੇ ਸਿਰਫ ਮੋਲ ਨੂੰ ਸਟੱਡੀ ਕਰਦੇ ਹਾਂ ਕਿ ਮੋਲ ਹੁੰਦਾ ਕੀ ਚੀਜ਼ ਆ, ਤੇ ਮੋਲ ਨੂੰ ਸਟੱਡੀ ਕਰਦੇ ਹਾਂ। ਹੁੰਦਾ ਕੀ ਆ ਬੱਚੇ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਚਾਹੁੰਦਾ, ਥੋੜਾ ਪੀਰੀਓਡਿਕ ਟੇਬਲ ਵੱਲ ਧਿਆਨ ਦਿਓ। ਇੱਕ ਮਿੰਟ, ਦੇਖੋ ਬੱਚੇ ਹੁਣ ਪੀਰੀਓਡਿਕ ਟੇਬਲ ਤੁਹਾਡੇ ਸਾਹਮਣੇ ਆ ਬੱਚੋ।
ਪੀਰੀਓਡਿਕ ਟੇਬਲ ਨੂੰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹਦੇ ਵਿੱਚ ਤੁਹਾਨੂੰ ਦਿਖਣਗੇ ਜਿੱਦਾਂ ਪੀ ਬਲੋਕ ਆ, ਜਿੱਦਾਂ ਬੋਰਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨਿਓਨ। ਆਪਾਂ ਚਲੋ ਇਹਨਾਂ ਚੋਂ ਹੀ ਕਾਰਬਨ ਦੀ ਐਗਜ਼ਾਮਪਲ ਨੂੰ ਸਟੱਡੀ ਕਰਦੇ ਹਾਂ ਬੱਚੇ। ਹੁਣ ਕਈ ਬੱਚਿਆਂ ਨੂੰ ਇੱਥੇ ਦੇਖੋ, ਸ਼ਾਇਦ ਦਿਖ ਰਿਹਾ ਹੋਵੇਗਾ ਕਿ 12.011 ਜਿਹੜਾ ਇਹਦਾ ਵਾ ਕੁਛ ਮਾਸ ਲਿਖਿਆ ਹੋਇਆ ਇਹਦੇ ਵਿੱਚ। ਅਸਲ 'ਚ ਜ਼ਿਆਦਾਤਰ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਇਹ 12.01 ਹੈ ਕੀ ਚੀਜ਼ ਹੈ। ਜ਼ਿਆਦਾਤਰ ਬੱਚੇ ਸੋਚਦੇ ਆ ਕਿ ਕਾਰਬਨ ਦੇ ਇੱਕ ਐਟਮ ਦਾ ਮਾਸ ਜਿਹੜਾ ਹੈਗਾ 12.01 ਆ, ਲੇਕਿਨ ਇਹੀ ਜਿਹੜਾ ਤੁਹਾਡੀ ਕਨਫਿਊਜ਼ਨ ਆ, ਇਹਨੂੰ ਹੀ ਦੂਰ ਕਰਨ ਵਾਸਤੇ ਆਪਾਂ ਨੂੰ ਮੋਲ ਕਨਸੈਪਟ ਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਹੁਣ ਤੁਸੀਂ ਯਾਦ ਰੱਖਿਓ ਕਿ ਕਾਰਬਨ ਦਾ 12.01 ਆ, ਠੀਕ ਹੈ। ਆਪਾਂ ਹੁਣ ਇਹਨੂੰ ਸਟੱਡੀ ਕਰਾਂਗੇ ਕਿ 12.01 ਹੈ ਕੀ ਆ ਅਸਲ 'ਚ। ਹੁਣ ਤੁਸੀਂ ਦੇਖੋ ਬੱਚੇ ਕਿ ਇੱਥੇ ਲਿਖਿਆ ਹੋਇਆ ਹੈ 12 ਗ੍ਰਾਮ ਜਿਹੜਾ ਕਾਰਬਨ ਆ ਪਰ ਮੋਲ ਇਹਦੀ ਯੂਨਿਟ ਗਿਵਨ ਹੋਏਗੀ, ਠੀਕ ਹੈ। ਜਿਹੜਾ ਵੀ ਇਹ 12.01 ਆ ਉਹਨੂੰ ਆਪਾਂ 12 ਹੀ ਮੰਨ ਕੇ ਚੱਲਦੇ ਹਾਂ, 12 ਗ੍ਰਾਮ ਪਰ ਮੋਲ ਆ। ਆਪਾਂ ਆਫ ਕਾਰਬਨ ਕਹਿ ਦਿੰਦੇ ਆ। ਅਸਲ 'ਚ ਹੁੰਦਾ ਕੀ ਹੈ ਬੱਚੇ, ਜਦੋਂ ਇਹਨਾਂ ਨੇ ਸਟੱਡੀ ਕੀਤਾ ਤੇ ਜਿਹੜਾ ਕਾਰਬਨ ਦਾ ਮਾਸ ਸੀ ਉਹਨੂੰ ਡਿਸਕਵਰ ਕੀਤਾ ਜਦੋਂ ਬੱਚੇ, ਤੇ ਮਾਸ ਜਿਹੜਾ ਹੀ ਆਫ ਕਾਰਬਨ ਐਟਮ ਉਹ ਕਿੰਨਾ ਆਇਆ, ਦੈਟ ਇਜ਼ 1.992648 ਇੰਨਾ ਆਇਆ ਬੱਚੇ। 1.9926 into 10 raised to power -23। ਹੁਣ ਬੱਚੇ ਦੇਖੋ ਕਿ ਇੰਨਾ ਉਹਦਾ ਮਾਸ ਆਇਆ ਇੱਕ ਕਾਰਬਨ ਐਟਮ ਦਾ, ਲੇਕਿਨ ਹੁਣ ਮੋਲ ਬਣਿਆ ਕਿੱਦਾਂ ਬੱਚੇ? ਉਹਨਾਂ ਨੇ ਜਦੋਂ ਦੇਖਿਆ ਕਿ ਕਾਰਬਨ ਦਾ ਵਜ਼ਨ ਜਿਹੜਾ ਹੈਗਾ ਇੱਕ ਐਟਮ ਦਾ ਇੰਨਾ, ਇੱਕ ਐਟਮ ਦਾ ਕਾਰਬਨ ਦਾ ਵਜ਼ਨ ਇੰਨਾ। ਹੁਣ ਮੈਂ ਤੁਹਾਨੂੰ ਇਹਨੂੰ ਰਿਵਰਸ ਕਰਕੇ ਵੀ ਦੱਸੂਗਾ ਬੱਚੇ। ਜਿੱਦਾਂ ਦੇਖੋ ਕਿ ਹੁਣ ਉਹਨਾਂ ਨੇ ਆਖਿਆ ਕਿ 12 ਗ੍ਰਾਮ ਜਿਹੜਾ ਇਹਦਾ ਮੋਲਰ ਮਾਸ ਆ, ਮਤਲਬ ਮੋਲਰ ਮਾਸ ਆ, ਇਹਨੂੰ ਹੁਣ ਆਪਾਂ ਕਿੱਦਾਂ ਸਮਝਾਂਗੇ? ਦੇਖੋ ਕਿ ਜੇ ਆਪਾਂ ਨੰਬਰ ਆਫ ਐਟਮਸ ਜਿਹੜੇ ਹੈਗੇ ਆ ਇਨ 1 ਮੋਲ ਆਫ ਕਾਰਬਨ ਜਿਹੜਾ ਉਹਨੂੰ ਕੈਲਕੂਲੇਟ ਕਰਨਾ, ਤੇ ਆਪਾਂ ਕੀ ਕਰਦੇ ਹਾਂ ਕਿ ਮੋਲਰ ਮਾਸ ਆਫ ਕਾਰਬਨ ਜਿਹੜਾ ਹੈਗਾ ਉਹਨੂੰ ਡਿਵਾਈਡ ਕਰ ਦਾਂਗੇ ਇਹਦੇ ਨਾਲ ਜਿੰਨਾ ਇੱਕ ਐਟਮ ਦਾ ਮਾਸ ਸੀ। ਹੁਣ ਆਪਾਂ ਇਹਨਾਂ ਨੂੰ ਡਿਵਾਈਡ ਕਰਦੇ ਹਾਂ 12 ਬਾਏ 1.9926 ਹੀ ਲਿਖ ਲੈਣਾ ਮੈਂ, ਇੰਟੂ 10 ਰੇਜ਼ਡ ਪਾਵਰ -23। ਬੱਚੇ ਹੁਣ ਜਦੋਂ ਆਪਾਂ ਇਹਨੂੰ 12 ਨੂੰ ਡਿਵਾਈਡ ਕਰ ਦਿਓ ਇਹਦੇ ਨਾਲ 1.9926 ਦੇ ਨਾਲ, ਤੇ ਆਪਣੇ ਕੋਲੇ ਆਨਸਰ ਆਉਂਦਾ 6.022 ਇੰਟੂ 10 ਰੇਜ਼ਡ ਪਾਵਰ 23। ਕਿਉਂਕਿ ਆ ਜਿਹੜਾ 10 ਰੇਜ਼ਡ ਪਾਵਰ 23 ਹੀ ਇਹ ਉੱਤੇ ਜਾ ਕੇ ਜਿਹੜਾ ਮਾਈਨਸ ਦਾ 23 ਇਹ ਪਲੱਸ ਦਾ 23 ਹੋ ਜਾਊਗਾ। ਇਹਦਾ ਮਤਲਬ ਕੀ ਹੋਇਆ ਕਿ ਨੰਬਰ ਆਫ ਐਟਮਸ ਇਨ 1 ਮੋਲ ਜਿਹੜੇ ਕਾਰਬਨ ਦੇ ਹੁੰਦੇ ਆ ਉਹਨਾਂ ਦੇ ਵਿੱਚ ਕਿੰਨੇ ਐਟਮਸ ਹੋਣਗੇ 6.022 ਜਾਂ ਤੁਸੀਂ 6.023 ਲੈ ਲਿਓ, 6.023 ਇੰਟੂ 10 ਰੇਜ਼ਡ ਪਾਵਰ 23। ਹੁਣ ਆਹ ਕੀ ਚੀਜ਼ ਆ ਬੱਚੇ? ਇਹਨੂੰ ਆਪਾਂ ਕਹਿ ਦਿੰਦੇ ਹਾਂ ਦਿਸ ਇਜ਼ ਨੋਨ ਐਜ਼ ਐਵੋਗੈਡਰੋਜ਼ ਨੰਬਰ। ਐਵੋਗੈਡਰੋਜ਼ ਨੰਬਰ ਬੱਚੇ ਸਾਇੰਟਿਸਟ ਤੋਂ ਬਾਅਦ ਉਹਦਾ ਨਾਮ ਰੱਖਿਆ ਗਿਆ ਐਵੋਗੈਡਰੋਜ਼ ਨੰਬਰ। ਹੁਣ ਦੇਖੋ ਬੱਚੇ, ਕਿਸੇ ਵੀ ਚੀਜ਼ ਨੂੰ ਮੇਜ਼ਰ ਕਰਨਾ ਆਪਾਂ ਇੱਥੇ ਕਿਹੜੀ ਪ੍ਰੋਪਰਟੀ ਨੂੰ ਪੜ੍ਹ ਰਹੇ ਹਾਂ? ਅਮਾਊਂਟ ਆਫ ਸਬਸਟੈਂਸ ਨੂੰ, ਜਿਹੜੀ ਕਿ ਆਪਣੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇੱਥੋਂ ਹੀ ਸਾਡੇ ਸਾਹਮਣੇ ਮੋਲ ਕਨਸੈਪਟ ਸਟਾਰਟ ਹੁੰਦਾ। ਹੁਣ ਧਿਆਨ ਨਾਲ ਇਹਨੂੰ ਸਮਝੋ ਬੱਚੇ। ਮਤਲਬ ਇਹ ਆ ਕਿ ਤੁਸੀਂ ਮੋਲ ਕਨਸੈਪਟ ਦੇ ਵਿੱਚ ਸਮਝ ਕੀ ਰਹੇ ਜੋ। ਧਿਆਨ ਨਾਲ ਸਮਝੋ ਕਿ ਕੋਈ ਵੀ ਚੀਜ਼ ਆ, ਜੇ ਉਹਦੀ 6.023 ਲਿਖ ਦੇਣਾ, ਇੱਥੇ 2 ਤੋਂ ਬਾਅਦ 23 ਕਰ ਦੇਣਾ, ਇੰਟੂ 10 ਰੇਜ਼ਡ ਪਾਵਰ 23 ਆ। ਜੇ ਇੰਨੀ ਗਿਣਤੀ ਦੀ ਕੋਈ ਵੀ ਚੀਜ਼ ਹੋਏਗੀ ਤੇ ਆਪਾਂ ਉਹਨੂੰ ਕੀ ਕਵਾਂਗੇ? 1 ਮੋਲ ਕਵਾਂਗੇ। ਫੋਰ ਐਗਜ਼ਾਮਪਲ ਮੰਨ ਲਓ ਕਿ ਮੇਰੇ ਸਾਹਮਣੇ ਮੈਂ ਪੈਨ ਨਾਲ ਲਿਖ ਰਿਹਾ, ਜੇ ਇੱਕ ਪੈਨ ਆ ਤੇ ਇਹਨੂੰ 1 ਗਿਣਿਆ ਜਾਏਗਾ, 2 ਹੋ ਗਏ ਤੇ 2 ਪੈਨ ਗਿਣਿਆ ਜਾਏਗਾ। ਲੇਕਿਨ ਜਿੱਦਾਂ ਹੀ ਇਹ ਪੈਨਾਂ ਦੀ ਗਿਣਤੀ ਵੱਧਦੀ
6.023 इंटू 10⁻23 हो जाएगी ਪੈਨਸ ਦੀ ਗਿਣਤੀ। ਤੇ ਇਹਨਾਂ ਪੈਨਸ ਨੂੰ ਮੈਂ ਕੈਮਿਸਟਰੀ ਦੀ ਲੈਂਗੁਏਜ ਕਹਿ ਸਕੂੰਗਾ ਕਿ ਇਹ 1 ਮੋਲ ਆਫ ਪੈਨ ਹੋਣਗੇ। ਇਹਦਾ ਮਤਲਬ ਜੇ ਆਪਾਂ ਪੈਨ ਦੀ ਐਗਜ਼ਾਮਪਲ ਲਈ ਆ ਤੇ 1 ਮੋਲ ਆਫ ਪੈਨ ਜਿਹੜੇ ਹੈਗੇ ਨੇ, ਠੀਕ ਹੈ, ਉਹ ਕਿੰਨੇ ਹੋਣਗੇ ਜਦੋਂ 6.023 ਇੰਟੂ 10⁻23 ਪੈਨ ਇਕੱਠੇ ਹੋ ਜਾਣਗੇ, ਪੈਨ ਇਕੱਠੇ ਹੋ ਜਾਣਗੇ ਤੇ ਇਹਨਾਂ ਨੂੰ ਆਪਾਂ ਕੀ ਕਵਾਂਗੇ 1 ਮੋਲ ਆਫ ਪੈਨ। ਇਸੇ ਤਰੀਕੇ ਨਾਲ ਬੱਚੇ ਹੁਣ ਤੁਸੀਂ ਦੇਖੋ ਕਿ ਆਹ ਟੋਟਲੀ ਆਪਾਂ ਰਿਵਰਸ ਕਰਤਾ। ਕਿੱਦਾਂ ਰਿਵਰਸ ਕੀਤਾ? ਹੁਣ ਤੁਸੀਂ ਥੋੜਾ ਜਿਹਾ ਸਮਝੋ ਕਿ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਸਮਝਣਾ। ਕਿ ਫੋਰ ਐਗਜ਼ਾਮਪਲ ਕਿ ਹੁਣ ਜਦੋਂ ਜਿੱਦਾਂ ਆਪਾਂ ਮੰਨ ਲਓ ਕਿ ਕਿਲੋਮੀਟਰ ਨੂੰ ਮਾਪਣ ਵਾਸਤੇ ਆਪਾਂ ਕੀ ਕਰਦੇ ਹਾਂ ਕਿ 1 ਮੀਟਰ ਨੂੰ 1000 ਵਾਰ ਰਿਪੀਟ ਕਰਾਂਗੇ ਤੇ ਕਿਲੋਮੀਟਰ ਹੋ ਜਾਏਗਾ, ਕਿਉਂਕਿ ਕਿਲੋ ਦਾ ਮਤਲਬ 1000 ਹੁੰਦਾ। ਹੁਣ ਇੱਥੇ ਦੇਖੋ ਕਿ ਕੋਈ ਵੀ ਚੀਜ਼ ਦੀ ਗਿਣਤੀ ਜੇ 6.023 ਇੰਟੂ 10⁻23 ਹੋ ਜਾਂਦੀ ਆ ਤੇ ਬੱਚੇ ਉਹਨੂੰ ਆਪਾਂ ਕੀ ਕਵਾਂਗੇ ਦੈਟ ਇਜ਼ 1 ਮੋਲ। ਹੁਣ ਮੰਨ ਲਓ ਕਿ 1 ਮੋਲ ਆਫ ਕਾਰਬਨ ਦਾ ਮਤਲਬ ਕੀ ਆ ਕਿ 6.023 ਇੰਟੂ 10⁻23 ਕਾਰਬਨ ਐਟਮਸ ਹੋਣਗੇ। ਤੇ ਜੇ ਕਾਰਬਨ ਦੇ ਐਟਮਸ ਇੰਨੇ ਇਕੱਠੇ ਹੋਣਗੇ ਤੇ ਆਪਾਂ ਉਹਨਾਂ ਨੂੰ 1 ਮੋਲ ਆਫ ਕਾਰਬਨ ਐਟਮ ਕਵਾਂਗੇ। ਹੁਣ ਤੁਸੀਂ ਆਪਣੇ ਪੀਰੀਆਡਿਕ ਟੇਬਲ ਦੇ ਵਿੱਚ ਜੇ ਦੇਖੋਗੇ, ਪੀਰੀਆਡਿਕ ਟੇਬਲ ਦੇ ਵਿੱਚ ਹੁਣ ਤੁਹਾਨੂੰ ਸਮਝ ਲੱਗੇਗਾ ਕਿ 1 ਮੋਲ ਦਾ ਮਤਲਬ ਕੀ ਆ। ਹੁਣ ਤੁਸੀਂ ਦੇਖੋ ਕਿ ਇੱਥੇ ਇਹ ਨਾ ਸੋਚੋ ਕਿ ਬੋਰਾਨ, ਚਲੋ ਆਪਾਂ ਕਾਰਬਨ ਦੀ ਐਗਜ਼ਾਮਪਲ ਨੂੰ ਦੇਖਦੇ ਹਾਂ ਕਿ ਕਾਰਬਨ ਨੂੰ ਇਹ ਨਾ ਸੋਚੋ ਕਿ ਕਾਰਬਨ ਇੱਥੇ ਇਕੱਲਾ ਪ੍ਰੈਜ਼ੈਂਟ ਆ ਤੇ ਉਹਦਾ ਵਜ਼ਨ 12 ਗ੍ਰਾਮ ਆ। ਨਹੀਂ, ਕਾਰਬਨ ਦੇ ਜੇ ਤੁਸੀਂ ਐਟਮ ਦਾ ਸੋਚ ਰਹੇ ਜੋ ਕਿ ਵਜ਼ਨ ਜਿਹੜਾ ਉਹ 12 ਗ੍ਰਾਮ ਆ ਤੇ ਤੁਸੀਂ ਬਿਲਕੁਲ ਗਲਤ ਹੋ। ਕਿਉਂ? ਕਿਉਂਕਿ ਜਿਹੜੇ ਐਟਮ ਨੂੰ ਤੁਸੀਂ ਇਲੈਕਟ੍ਰੋਨ ਮਾਈਕਰੋਸਕੋਪ ਦੇ ਥੱਲੇ ਦੇਖ ਰਹੇ ਜੋ ਬੱਚੇ, ਉਹ 12 ਗ੍ਰਾਮ ਕਿੱਦਾਂ ਹੋ ਸਕਦਾ? ਕਿਉਂਕਿ ਜੇ ਤੁਸੀਂ ਹੁਣ ਆਪਾਂ 골ਡ ਦੇਖਦੇ ਹਾਂ, 골ਡ ਦੇ ਵਿੱਚ ਹੁੰਦਾ 1 ਤੋਲਾ 10 ਗ੍ਰਾਮ ਦੇ ਬਰਾਬਰ ਹੁੰਦਾ। ਹੁਣ ਤੁਸੀਂ ਦੇਖ ਲਓ ਕਿ ਕੋਈ ਸ਼ਾਹ ਪਾਓ 6 ਜਾਂ 7 ਗ੍ਰਾਮ ਦੀ ਹੋਏਗੀ ਤੇ ਫਿਰ ਵੀ ਉਹ ਕਿੰਨੀ ਭਾਰੀ ਹੁੰਦੀ ਹੈ, ਹੈਵੀ ਹੁੰਦੀ ਆ। ਹੁਣ ਤੁਸੀਂ ਆਪ ਸੋਚੋ ਕਿ ਜੇ ਕਾਰਬਨ ਦੇ ਐਟਮ ਦਾ ਵਜ਼ਨ 12 ਗ੍ਰਾਮ ਹੁੰਦਾ ਤੇ ਕਾਰਬਨ ਦੇ ਐਟਮ ਨੂੰ ਵੇਖਣ ਵਾਸਤੇ ਸਾਨੂੰ ਇਲੈਕਟ੍ਰੋਨ ਮਾਈਕਰੋਸਕੋਪ ਦੀ ਲੋੜ ਨਹੀਂ ਸੀ ਪੈਣੀ। ਇਹਦਾ ਮਤਲਬ ਕਿ ਕੁਛ ਤੇ ਚੀਜ਼ ਹੈ ਸੀ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ, ਲੇਕਿਨ ਹੁਣ ਉਹਨੂੰ ਸਮਝ ਕਿੱਦਾਂ ਆਏਗੀ ਸਾਨੂੰ ਮੋਲ ਕਨਸੈਪਟ ਦੇ ਹਿਸਾਬ ਨਾਲ। ਹੁਣ ਸਾਨੂੰ ਪਤਾ ਲੱਗੇਗਾ ਕਿ ਕਾਰਬਨ ਦੇ ਇੱਕ ਐਟਮ ਦਾ ਵਜ਼ਨ 12.01 ਗ੍ਰਾਮ ਨਹੀਂ ਆ, 12.01 ਗ੍ਰਾਮ ਨਹੀਂ ਆ, ਬਲਕਿ ਕਾਰਬਨ ਦੇ ਕਿੰਨੇ ਐਟਮਸ ਨੇ? ਹੁਣ ਧਿਆਨ ਨਾਲ ਦੇਖਿਓ, ਕਾਰਬਨ ਦੇ ਐਟਮਸ ਨੇ 6.023 ਇੰਟੂ 10⁻23। ਜਦੋਂ ਇੰਨੇ ਕਾਰਬਨ ਦੇ ਐਟਮ ਇਕੱਠੇ ਹੋ ਜਾਣਗੇ ਤੇ ਉਹਨੂੰ ਆਪਾਂ ਕੀ ਕਵਾਂਗੇ 1 ਮੋਲ ਆਫ ਕਾਰਬਨ ਐਟਮਸ। ਤੇ ਜਿਹੜੇ 1 ਮੋਲ ਆਫ ਕਾਰਬਨ ਐਟਮ ਹੋਣਗੇ ਉਹਨਾਂ ਦਾ ਵਜ਼ਨ ਕੀ ਹੋਏਗਾ ਦੈਟ ਇਜ਼ 12.01। ਮਤਲਬ ਜਦੋਂ ਇੰਨੇ ਕਾਰਬਨ ਐਟਮ ਇਕੱਠੇ ਹੋਣਗੇ ਤੇ ਉਹਨੂੰ ਆਪਾਂ ਕਵਾਂਗੇ 12.01 ਜਾਂ 12 ਗ੍ਰਾਮ ਹੀ ਲਿਖ ਲਓ ਤੁਸੀਂ। ਉਹਨਾਂ ਦਾ ਵਜ਼ਨ ਹੋਏਗਾ ਪਰ ਮੋਲ। ਇਹਦੀ ਯੂਨਿਟ ਕਿਉਂ ਹੁੰਦੀ ਆ ਕਿ 1 ਮੋਲ ਦਾ ਵਜ਼ਨ ਜਿਹੜਾ ਹੈਗਾ ਉਹ 12 ਗ੍ਰਾਮ ਆ। ਇਸ ਕਰਕੇ ਜੇ ਤੁਸੀਂ ਪੀਰੀਆਡਿਕ ਟੇਬਲ ਨੂੰ ਫਿਰ ਦੁਬਾਰਾ ਦੇਖਦੇ ਜੋ ਤੇ ਬੱਚੇ ਇਹਦੇ 'ਚ ਭਾਵੇਂ ਨਾਈਟ੍ਰੋਜਨ ਦੇਖ ਲਓ, ਆਕਸੀਜਨ ਦੇਖ ਲਓ, ਫਲੋਰੀਨ ਦੇਖ ਲਓ, ਨਿਓਨ ਦੇਖ ਲਓ, ਐਲੂਮੀਨੀਅਮ, ਸਿਲੀਕਨ, ਫਾਸਫੋਰਸ, ਸਲਫਰ, ਕਲੋਰੀਨ, ਆਰਗਨ, ਇਹਨਾਂ ਸਾਰਿਆਂ ਨੂੰ ਦੇਖੋਗੇ ਤੇ ਐਲੂਮੀਨੀਅਮ ਦਾ ਇਕੱਲੇ ਐਟਮ ਦਾ ਵਜ਼ਨ 26.98 ਗ੍ਰਾਮ ਨਹੀਂ ਹੋਏਗਾ, ਉਹਦਾ ਮੋਲਰ ਮਾਸ ਹੋਏਗਾ। ਮਤਲਬ ਜਦੋਂ ਐਲੂਮੀਨੀਅਮ ਦੇ 6.023 ਇੰਟੂ 10⁻23 ਐਟਮਸ ਐਲੂਮੀਨੀਅਮ ਦੇ ਆਪਸ 'ਚ ਜੁੜ ਜਾਣਗੇ ਜਾਂ ਆਪਸ 'ਚ ਇਕੱਠੇ ਹੋਣਗੇ ਤੇ ਜਦੋਂ ਆਪਾਂ ਉਹਨਾਂ ਨੂੰ ਵੇਅ ਕਰਦੇ ਹਾਂ ਤੇ ਉਹਨਾਂ ਦਾ ਵਜ਼ਨ ਹੁੰਦਾ 26.982। ਸਿਲੀਕਨ ਦੇ ਇੱਕ ਐਟਮ ਦਾ ਵਜ਼ਨ ਜਾਂ ਇੱਕ ਐਟਮ ਦਾ ਮਾਸ ਇੰਨਾ ਨਹੀਂ ਹੋਏਗਾ 28.086, ਬਲਕਿ ਕਿੰਨਿਆਂ ਦਾ ਹੋਏਗਾ 6.023 ਇੰਟੂ 10⁻23 ਸਿਲੀਕਨ ਦੇ ਜਦੋਂ ਐਟਮਸ ਹੋਣਗੇ ਇਕੱਠੇ, ਉਹਨਾਂ ਨੂੰ ਜਦੋਂ ਆਪਾਂ ਵੇਅ ਕਰਾਂਗੇ ਤੇ ਉਹਨਾਂ ਨੂੰ ਆਪਾਂ ਕਵਾਂਗੇ ਕਿ 1 ਮੋਲ ਆਫ ਸਿਲੀਕਨ ਐਟਮਸ ਨੇ। ਠੀਕ ਹੈ, ਇਸੇ ਤਰੀਕੇ ਨਾਲ ਬੱਚੇ ਆਪਾਂ ਮੰਨ ਲਓ ਕਿ ਹੁਣ ਅੱਗੇ ਐਗਜ਼ਾਮਪਲ ਨੂੰ ਹੋਰ ਫਰਦਰ ਥੋੜਾ ਜਿਹਾ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਰਦਰ ਜਦੋਂ ਆਪਾਂ ਸਟੱਡੀ ਕਰਦੇ ਹਾਂ ਤੇ ਆਪਾਂ ਨੂੰ ਦੇਖਣਾ ਪਏਗਾ ਕਿ ਪੀਰੀਆਡਿਕ ਟੇਬਲ ਦੇ ਵਿੱਚ ਸਾਨੂੰ ਸਮਝ ਲੱਗ ਗਿਆ ਕਿ ਉੱਥੇ ਜਿਹੜੇ ਐਟਮਸ ਨੇ ਉਹ ਐਟਮਸ ਨਹੀਂ ਆ। ਮਤਲਬ ਕੀ ਆ ਕਿ ਉਹ 1 ਮੋਲ ਆਫ ਐਟਮਸ ਨੇ, ਮਤਲਬ ਉੱਥੇ ਇਕੱਲਾ ਐਟਮ ਨਹੀਂ ਪ੍ਰੈਜ਼ੈਂਟ ਹੈਗਾ,
ਉੱਥੇ 1 ਮੋਲ ਆਫ ਐਟਮਸ ਪ੍ਰੈਜ਼ੈਂਟ ਨੇ ਜਿਨ੍ਹਾਂ ਦਾ ਉਹਨਾਂ ਨੇ ਮੋਲਰ ਮਾਸ ਦਿੱਤਾ। ਜਿੱਦਾਂ 1 ਮੋਲ ਆਫ ਕਾਰਬਨ ਐਟਮ, ਇਕੱਲੇ ਕਾਰਬਨ ਇੱਕ ਐਟਮ ਦਾ ਨਹੀਂ ਬਲਕਿ 6.023 into 10⁻23 ਕਾਰਬਨ ਐਟਮਸ ਦਾ ਵਜ਼ਨ ਜਿਹੜਾ ਹੋਏਗਾ ਦੈਟ ਇਜ਼ 12.01 ਗ੍ਰਾਮ ਹੋਏਗਾ, ਜਿਹਨੂੰ ਆਪਾਂ ਪਰ ਮੋਲ ਕਹਿੰਦੇ ਹਾਂ। ਹੁਣ ਬੱਚਿਓ ਆਪਾਂ ਇਹਨੂੰ ਅੱਗੇ ਥੋੜ੍ਹਾ ਸਟੱਡੀ ਕਰਦੇ ਹਾਂ ਜਾਂ ਇਹਨੂੰ ਰਿਵਰਸ ਕਰਦੇ ਹਾਂ। ਫੋਰ ਐਗਜ਼ਾਮਪਲ ਤੁਹਾਨੂੰ ਸਮਝਣਾ ਪਏਗਾ ਥੋੜ੍ਹਾ ਜਿਹਾ ਕਿ ਆਪਾਂ ਨੰਬਰ ਆਫ ਮੋਲਸ ਕਿਹਨੂੰ ਕਹਿੰਦੇ ਆ, ਕਿ ਕਿੰਨੇ ਨੰਬਰ ਆਫ ਮੋਲਸ ਆ, ਤੁਹਾਨੂੰ ਇਹ ਤੋਂ ਥੋੜ੍ਹਾ ਜਿਹਾ ਪਤਾ ਲੱਗ ਜਾਏਗਾ। ਆਪਾਂ ਨੰਬਰ ਆਫ ਮੋਲਸ ਨੂੰ ਮੇਜਰ ਕਰਨ ਦੇ ਆਪਣੇ ਕੋਲ ਦੋ ਤਰੀਕੇ ਹੁੰਦੇ ਆ। ਜਿੱਦਾਂ ਮੰਨ ਲਓ ਕਿ ਜੇ ਤੇ ਆਪਣੇ ਕੋਲ ਵੇਟ ਵਾਲੀ ਵੇਟ ਦਾ ਤਰੀਕਾ ਵਾ, ਵੇਟ ਦੇ ਕੇਸ 'ਚ ਤੇ ਵੋਲਿਊਮ ਦੇ ਕੇਸ 'ਚ ਹੁੰਦਾ। ਆਪਾਂ ਫਰਦਰ ਅੱਗੇ ਜਾ ਕੇ ਹੋਰ ਵੀ ਸਟੱਡੀ ਕਰਾਂਗੇ, ਲੇਕਿਨ ਤੁਹਾਡਾ ਹਜੇ ਸਿਲੇਬਸ ਦੇ ਵਿੱਚ ਇੰਨਾ ਕੀ ਆ। ਜੇ ਆਪਾਂ ਵੇਟ ਦਾ ਕੇਸ ਦੇਖਦੇ ਹਾਂ ਤੇ ਹੋਊਗਾ ਕਿ ਜਿੰਨਾ ਸਾਡੇ ਕੋਲ ਕੋਈ ਵੀ ਚੀਜ਼ ਆ ਉਹਦੇ ਵੇਟ ਨੂੰ ਲਓ, ਉਹਨੂੰ ਉਹਦੇ ਮੋਲਰ ਮਾਸ ਦੇ ਨਾਲ ਡਿਵਾਈਡ ਕਰ ਦਿਓ, ਮੋਲਰ ਮਾਸ ਦੇ ਨਾਲ, ਠੀਕ ਹੈ। ਤੇ ਜੇ ਆਪਾਂ ਵੋਲਿਊਮ ਦਾ ਕੇਸ ਦੇਖਦੇ ਹਾਂ ਤੇ ਵੋਲਿਊਮ ਦੇ ਵਿੱਚ ਨੰਬਰ ਆਫ ਮੋਲਸ ਕਿਹਦੇ ਬਰਾਬਰ ਹੁੰਦੇ ਆ, ਇਹ ਹੁੰਦੇ ਆ ਵੋਲਿਊਮ ਓਵਰ ਮੋਲਰ ਵੋਲਿਊਮ। ਮਤਲਬ ਕੀ ਆ ਕਿ ਵੋਲਿਊਮ ਓਵਰ ਮੋਲਰ ਵੋਲਿਊਮ ਕਰ ਦਿਓ, ਠੀਕ ਹੈ। ਹੁਣ ਆਪਾਂ ਥੋੜਾ ਜਿਹਾ ਕ੍ਰਾਸ ਚੈੱਕ ਕਰਦੇ ਹਾਂ ਕਿ ਨੰਬਰ ਆਫ ਮੋਲਸ ਮਤਲਬ ਕਿ ਜੇ ਆਪਾਂ 12 ਗ੍ਰਾਮ ਦਾ ਦੇਖੀਏ, ਮਤਲਬ ਕਿ ਨੰਬਰ ਆਫ ਮੋਲਸ ਆਫ 12 ਗ੍ਰਾਮ ਕਾਰਬਨ ਐਟਮਸ ਕਿੰਨਾ ਹੋਏਗਾ। ਹੁਣ ਦੇਖੋ 12 ਗ੍ਰਾਮ ਵਜ਼ਨ ਦਿੱਤਾ ਇਹਨਾਂ ਨੇ, 12 ਗ੍ਰਾਮ ਦਿੱਤਾ ਹੋਇਆ, ਇਹਦਾ ਮਤਲਬ ਕੀ ਹੋਇਆ 12 ਗ੍ਰਾਮ ਉੱਤੇ ਲਿਖਤਾ ਤੁਸੀਂ ਤੇ ਇਹਦਾ ਮੋਲਰ ਮਾਸ ਹੁਣੇ ਤੁਸੀਂ ਦੇਖੋ ਆ ਕੈਲਕੂਲੇਟ ਕੀਤਾ 12 ਗ੍ਰਾਮ, ਇਹਦਾ ਮਤਲਬ ਕੀ ਹੋਇਆ ਕਿ 12 ਡਿਵਾਈਡਡ ਬਾਈ 12 ਵਿਚ ਇਜ਼ ਇਕੁਅਲ ਟੂ 1। ਇਹਦਾ ਮਤਲਬ ਕਿ 12 ਗ੍ਰਾਮ ਜੇ ਤੁਸੀਂ ਕਾਰਬਨ ਨੂੰ ਦੇਖਦੇ ਜੋ ਜਾਂ ਕਾਰਬਨ ਤੁਹਾਡੇ ਕੋਲੇ ਹੋਊਗੀ ਤੇ ਉਹਦਾ ਮੋਲਰ ਮਾਸ ਕਿੰਨਾ ਹੋਏਗਾ, ਦੈਟ ਇਜ਼ 12 ਗ੍ਰਾਮ। ਜੇ ਹੁਣ ਉਹਦੇ ਚ ਨੰਬਰ ਆਫ ਮੋਲਸ ਕੈਲਕੂਲੇਟ ਕਰਨੇ ਆ, ਦੈਟ ਮੀਨਸ ਕਿ 12 ਡਿਵਾਈਡਡ ਬਾਈ 12 ਇਜ਼ ਇਕੁਅਲ ਟੂ 1, ਠੀਕ ਹੈ। ਹੁਣ ਆਪਾਂ ਥੋੜਾ ਜਿਹਾ ਅੱਗੇ ਇਹਨੂੰ ਥੋੜਾ ਹੋਰ ਸਟੱਡੀ ਕਰਦੇ ਹਾਂ। ਆਪਾਂ ਇਹਨਾਂ ਤੇ ਨੂਮੈਰੀਕਲਸ ਵੀ ਕਰਕੇ ਦੇਖਾਂਗੇ ਕਿ ਹੋਰ ਜਿਹੜੀ ਚੀਜ਼ ਆ ਹੁਣ ਦੇਖੋ ਬੱਚੇ, ਮੰਨ ਲਓ ਕਿ ਵਾਟਰ ਮੋਲੀਕਿਊਲ ਆ, ਪਾਣੀ ਆ, ਪਾਣੀ ਦੀ ਇੱਕ ਸਿੰਪਲ ਐਗਜ਼ਾਮਪਲ ਆ, ਸਾਰਿਆਂ ਨੂੰ ਇਹਦਾ ਫਾਰਮੂਲਾ ਵੀ ਪਤਾ। ਹੁਣ ਦੇਖੋ ਕਿ ਇਹਦੇ ਵਿੱਚ ਹਾਈਡਰੋਜਨ ਦੇ ਦੋ ਐਟਮਸ ਨੇ, ਇਹ ਕੰਪਾਊਂਡ ਆ, ਕੰਪਾਊਂਡ ਦਾ ਆਪਾਂ ਮੋਲਰ ਮਾਸ ਕੈਲਕੂਲੇਟ ਕਰਦੇ ਹਾਂ। ਮੋਲਰ ਮਾਸ ਦਾ ਮਤਲਬ ਹੀ ਕੀ ਹੁੰਦਾ ਕਿ ਜਿਹੜੀ 1 ਮੋਲ ਕੋਈ ਵੀ ਚੀਜ਼ ਆ ਉਹਦਾ ਜਿਹੜਾ ਮਾਸ ਹੋਏਗਾ। ਹੁਣ ਕੋਈ ਵੀ ਚੀਜ਼ ਇੱਕ ਮੋਲ ਆ ਤੇ ਜੇ 1 ਮੋਲ ਆ, ਜੇ ਮੰਨ ਲਓ ਕਿ ਆ ਪੈਨ ਹੀ ਆ, ਜੇ ਇੱਕ ਪੈਨ ਹੋਏਗਾ ਤੇ ਇਹਦਾ ਵਜ਼ਨ ਕੀ ਹੋਏਗਾ, ਇੱਕ ਪੈਨ ਦਾ ਵਜ਼ਨ ਹੋਏਗਾ। ਲੇਕਿਨ ਜੇ ਇਹੀ ਪੈਨ 6.023 into 10⁻23 ਹੋ ਜਾਣਗੇ ਤੇ ਇਹਨਾਂ ਪੈਨ ਦੇ ਵਜ਼ਨ ਨੂੰ ਮੈਂ ਕੀ ਕਹੂੰਗਾ, ਦੈਟ ਇਜ਼ ਨੋਨ ਐਜ਼ ਮੋਲਰ ਮਾਸ ਆਫ ਦੈਟ ਪੈਨ। ਹੁਣ ਇਹਦਾ ਮਤਲਬ ਕੀ ਆ ਕਿ ਜੇ ਮੋਲਰ ਮਾਸ ਮੈਂ ਦੇਖਦਾ ਤੇ ਵਾਟਰ ਦਾ ਕੀ ਹੁੰਦਾ 2 + 16 ਇਜ਼ ਇਕੁਅਲ ਟੂ 18 ਗ੍ਰਾਮ ਇਹਦਾ ਮੋਲਰ ਮਾਸ ਹੋ ਗਿਆ, ਠੀਕ ਹੈ। ਹੁਣ ਦੇਖੋ ਇੱਕ ਜਿਹੜਾ ਹੈਗਾ ਮੋਲਰ ਮਾਸ ਹੁੰਦਾ ਹਾਈਡਰੋਜਨ ਦਾ, ਹਾਈਡਰੋਜਨ ਦੇ ਦੋ ਐਟਮਸ ਹੈ ਇਸ ਕਰਕੇ 2 ਹੋ ਗਿਆ ਉਹਦਾ। 2 + 16 ਜਿਹੜਾ ਹੈਗਾ ਉਹ ਆਕਸੀਜਨ ਦਾ ਮੋਲਰ ਮਾਸ ਆ, ਪੀਰੀਓਡਿਕ ਟੇਬਲ 'ਚ ਤੁਸੀਂ ਦੇਖ ਸਕਦੇ ਹੋ। ਤੇ ਜਦੋਂ ਦੋਵਾਂ ਨੂੰ ਜੋੜ ਦਈਦਾ 18 ਗ੍ਰਾਮਸ ਆ ਜਾਂਦਾ। ਇਹਦਾ ਮਤਲਬ ਕਿ ਮੋਲਰ ਮਾਸ ਆਫ ਵਾਟਰ ਇਜ਼ ਇਕੁਅਲ ਟੂ 18 ਗ੍ਰਾਮਸ ਆ, 18 ਗ੍ਰਾਮ ਪਰ ਮੋਲ। ਕਿਉਂ? ਕਿਉਂਕਿ ਆਪਾਂ ਉਹਦੀ ਯੂਨਿਟ ਦੇਖ ਰਹੇ ਹਾਂ 18 ਗ੍ਰਾਮਸ ਪਰ ਮੋਲ। ਇੱਕ ਮੋਲ ਦਾ ਵਜ਼ਨ ਜਿਹੜਾ ਹੈਗਾ ਦੈਟ ਇਜ਼ 18 ਗ੍ਰਾਮ। ਹੁਣ ਬੱਚੇ ਇਹੀ ਚੀਜ਼ ਜਿਹੜਾ ਇਹੀ ਕੰਸੈਪਟ ਆ ਇਹ ਸਾਡੀਆਂ ਹੋਰ ਕੈਲਕੂਲੇਸ਼ਨਸ ਨੂੰ ਬਹੁਤ ਸੌਖਾ ਕਰ ਦਿੰਦਾ। ਫੋਰ ਐਗਜ਼ਾਮਪਲ ਆਪਾਂ ਅੱਗੇ ਕੁਐਸਚਨ ਕਰਨ ਲੱਗੇ ਆ ਜਿਹੜਾ ਕਿ ਬਿਲਕੁਲ ਸਿੰਪਲ ਹੁਣ ਤੁਹਾਡੇ ਲਈ ਹੋ ਜਾਏਗਾ। ਮੰਨ ਲਓ ਕਿ ਆਪਣੇ ਸਾਹਮਣੇ ਕੁਐਸਚਨ ਆ ਕਿ ਕੈਲਕੂਲੇਟ ਨੰਬਰ ਆਫ ਐਟਮਸ ਇਨ 100 ਗ੍ਰਾਮ ਆਫ ਵਾਟਰ। ਹੁਣ ਪਾਣੀ ਦੇ 100 ਗ੍ਰਾਮ ਪਾਣੀ ਦੇ ਵਿੱਚ ਤੁਸੀਂ ਕੈਲਕੂਲੇਟ ਕਰਨੇ ਆ ਕਿ ਕਿੰਨੇ ਨੰਬਰ ਆਫ ਐਟਮਸ ਨੇ। ਬੱਚੋ ਦੇਖਣ ਤੇ ਪਹਿਲੀ ਵਾਰ ਜਦੋਂ ਤੁਸੀਂ ਕੁਐਸਚਨ ਸੁਣੋਗੇ ਤੇ ਤੁਹਾਨੂੰ ਲੱਗੇਗਾ ਕਿ ਇਹ ਕੁਐਸਚਨ ਬਹੁਤ ਹੀ ਡਿਫਿਕਲਟ ਆ, ਲੇਕਿਨ ਇਹ ਬਹੁਤ ਹੀ ਈਜ਼ੀ ਕੁਐਸਚਨ ਆ। ਕਿੱਦਾਂ? ਆਪਾਂ ਹੁਣੇ ਨੰਬਰ ਆਫ ਮੋਲਸ ਨੂੰ ਕੈਲਕੂਲੇਟ ਕਰਕੇ ਹਟੇ ਹਾਂ। ਧਿਆਨ ਨਾਲ ਦੇਖੋ ਕਿ ਜੇ ਮੈਂ ਇੱਕ ਵਾਟਰ ਮੋਲੀਕਿਊਲ ਨੂੰ ਦੇਖਦਾ ਤੇ ਇਹਦੇ 'ਚ ਇੱਕ ਐਟਮ ਤੇ ਹੈਗਾ ਆਕਸੀਜਨ ਦਾ
ਤੇ 2 ਐਟਮ ਹੈਗੇ ਕਿਹਦੇ ਹਾਈਡਰੋਜਨ ਦੇ ਤੇ ਟੋਟਲ ਐਟਮਸ in one molecule of water is equal to 3। मतलब ਕੀ ਆ ਕਿ 3 ਐਟਮਸ ਜਿਹੜੇ ਹੈਗੇ ਨੇ ਉਹ ਇੱਕ ਮੋਲੀਕਿਊਲ ਦੇ ਵਿੱਚ ਪ੍ਰੈਜ਼ੈਂਟ ਨੇ। ਹੁਣ ਤੁਸੀਂ ਇਹਨੂੰ ਆਪ ਜਦੋਂ ਤੁਸੀਂ ਸਟੱਡੀ ਕਰੋਗੇ ਹੁਣ ਤੁਹਾਨੂੰ 100 ਗ੍ਰਾਮ ਦੇ ਵਿੱਚ ਕੈਲਕੂਲੇਟ ਕਰਨਾ ਕਿ ਕਿੰਨੇ ਨੰਬਰ ਆਫ ਐਟਮਸ ਪ੍ਰੈਜ਼ੈਂਟ ਨੇ। ਹੁਣ ਬਿਲਕੁਲ ਸਿੰਪਲ ਹੋ ਜਾਂਦਾ ਬੱਚੇ, ਸਭ ਤੋਂ ਪਹਿਲਾਂ ਇਹਦੇ ਨੰਬਰ ਆਫ ਮੋਲਸ ਕੈਲਕੂਲੇਟ ਕਰ ਲਓ। ਹੁਣੇ ਮੈਂ ਤੁਹਾਨੂੰ ਕੀ ਦੱਸਿਆ ਸੀ, ਫਾਰਮੂਲਾ ਕੀ ਹੁੰਦਾ ਨੰਬਰ ਆਫ ਮੋਲਸ ਦਾ? ਨੰਬਰ ਆਫ ਮੋਲਸ ਦਾ ਫਾਰਮੂਲਾ ਸੀ weight by ਮੋਲਰ ਮਾਸ, ਕਿਉਂਕਿ ਆਪਾਂ ਇੱਥੇ weight ਦੀ ਗੱਲ ਕਰ ਰਹੇ ਹਾਂ। ਹੁਣ ਇੱਥੇ ਲਿਖ ਦਿਓ weight by ਮੋਲਰ ਮਾਸ। ਹੁਣ ਤੁਸੀਂ ਦੇਖੋ ਕਿ weight ਇਹਦਾ ਕਿੰਨਾ ਸੀ, weight ਸੀ ਇਹਦਾ ਆਪਾਂ ਨੂੰ ਗਿਵਨ ਕਿੰਨਾ ਸੀ 100 ਗ੍ਰਾਮ, 100 ਗ੍ਰਾਮ ਹੋ ਗਿਆ, ਠੀਕ ਹੈ। ਓਵਰ ਮੋਲਰ ਮਾਸ ਕਿੰਨਾ ਹੋ ਗਿਆ, ਦੈਟ ਇਜ਼ 18 ਗ੍ਰਾਮ ਪਰ ਮੋਲ ਹੋ ਗਿਆ। ਹੁਣ ਆ ਗ੍ਰਾਮ ਨਾਲ ਗ੍ਰਾਮ ਕੱਟੇ ਜਾਣਗੇ ਤੇ ਮੋਲ ਉੱਤੇ ਚਲੇ ਜਾਏਗਾ, ਦੈਟ ਮੀਨਸ ਕਿ 5.55 ਇਹਦਾ ਆਨਸਰ ਆ ਜਾਂਦਾ ਬੱਚੇ, ਮੋਲਸ ਆ ਜਾਏਗਾ। ਇਹਦਾ ਮਤਲਬ ਕਿ 100 ਗ੍ਰਾਮ ਪਾਣੀ ਦੇ ਵਿੱਚ 5.55 ਮੋਲਸ ਨੇ ਪ੍ਰੈਜ਼ੈਂਟ, ਠੀਕ ਹੈ। ਹੁਣ ਬੱਚੇ ਜੇ ਤੁਹਾਨੂੰ ਮੋਲਸ ਕੈਲਕੂਲੇਟ ਕਰ ਲਏ ਤੁਸੀਂ ਤੇ ਆਸਾਨੀ ਨਾਲ ਤੁਸੀਂ ਇਹਦੇ ਐਟਮਸ ਨੂੰ ਵੀ ਕੈਲਕੂਲੇਟ ਕਰ ਸਕਦੇ ਹੋ। ਕਿੱਦਾਂ ਕਰ ਸਕਦੇ ਹੋ ਬੱਚੇ, ਧਿਆਨ ਨਾਲ ਦੇਖਿਓ। ਹੁਣ ਜੇ ਤੁਸੀਂ ਦੇਖੋ ਕਿ 1 ਮੋਲ ਜਿਹੜਾ ਹੈਗਾ ਵਾ ਉਹ ਕਿਹਦੇ ਬਰਾਬਰ ਹੁੰਦਾ 6.023 × 10⁻23 ਦੇ ਬਰਾਬਰ ਹੁੰਦਾ। ਹੁਣ ਜੇ 5.55 ਮੋਲਸ ਦਾ ਤੁਸੀਂ ਧਿਆਨ ਰੱਖਣਾ ਕਿ 5.55 ਮੋਲਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੀ ਹੋਣਗੇ 6.023 × 10⁻23 ਨੂੰ ਮਲਟੀਪਲਾਈ ਕਿਹਦੇ ਨਾਲ ਕਰ ਦਿਓ, ਤੁਸੀਂ ਮਲਟੀਪਲਾਈ ਕਰ ਦਿਓ 5.55 ਦੇ ਨਾਲ। ਹੁਣ ਆਪਾਂ ਨੂੰ ਕੈਲਕੂਲੇਟ ਕੀ ਕਰਨਾ ਸੀ ਬੱਚੇ, ਆਪਾਂ ਨੂੰ ਕੈਲਕੂਲੇਟ ਕਰਨੀ ਸੀ ਨੰਬਰ ਆਫ ਐਟਮਸ। ਹੁਣ ਤੁਸੀਂ ਆਪਣਾ ਕੁਐਸਚਨ ਲਿਖੋ ਕਿ ਨੰਬਰ ਆਫ ਐਟਮਸ ਇਨ 100 ਗ੍ਰਾਮ ਆਫ ਵਾਟਰ ਕਿੰਨੇ ਹੋ ਗਏ। ਆਹ ਦੇਖੋ ਬੱਚੇ, ਇੰਨੇ ਤੁਸੀਂ ਮੋਲਸ ਕੈਲਕੂਲੇਟ ਕੀਤੇ, ਇੰਨੇ ਇੱਕ ਦੇ ਵਿੱਚ ਨੇ, ਤੇ ਹੁਣ 100 ਗ੍ਰਾਮ ਦੇ ਵਿੱਚ ਤੁਹਾਨੂੰ ਇੰਨੀ ਕੈਲਕੂਲੇਸ਼ਨ ਕੀਤੀ ਸੀ ਤੇ ਨੰਬਰ ਆਫ ਐਟਮਸ ਇਨ 100 ਗ੍ਰਾਮ ਆਫ ਵਾਟਰ ਕਿੰਨੇ ਹੋ ਜਾਣਗੇ, ਦੈਟ ਵਿਲ ਬੀ ਇਕੁਅਲ ਟੂ 5.55 ਮੋਲਸ ਨੇ। 1 ਮੋਲ ਦੇ ਵਿੱਚ ਕਿੰਨੇ ਸੀ 6.023 × 10⁻23 ਤੇ ਨੰਬਰ ਆਫ ਐਟਮਸ ਕਿੰਨੇ ਸੀ, ਦੈਟ ਇਜ਼ 10। ਇਹਨੂੰ ਜਦੋਂ ਤੁਸੀਂ ਕੈਲਕੂਲੇਟ ਕਰ ਲੋਗੇ ਤੇ ਤੁਹਾਡੇ ਕੋਲ 100 ਗ੍ਰਾਮ ਪਾਣੀ ਦੇ ਵਿੱਚ ਇੰਨੇ ਐਟਮਸ ਹੋਣਗੇ। ਫਿਰ ਧਿਆਨ ਨਾਲ ਦੇਖਿਓ ਬੱਚੇ ਇੱਕ ਵਾਰ ਕਿ ਆਪਣੇ ਕੋਲ ਕੁਐਸਚਨ ਸੀ ਕਿ ਨੰਬਰ ਆਫ ਐਟਮਸ 100 ਗ੍ਰਾਮ ਪਾਣੀ ਮਤਲਬ 100 ਗ੍ਰਾਮ ਆਫ ਵਾਟਰ ਦੇ ਵਿੱਚ ਕਿੰਨੇ ਨੇ। ਇੱਕ ਵਾਟਰ ਮੋਲੀਕਿਊਲ ਦੀ ਅਸੀਂ ਕੈਲਕੂਲੇਟ ਕੀਤੇ ਕਿ ਇੱਕ ਵਾਟਰ ਮੋਲੀਕਿਊਲ ਦੇ ਵਿੱਚ ਐਟਮਸ ਕਿੰਨੇ ਨੇ, ਜਦੋਂ ਆਪਾਂ ਇਹਨਾਂ ਦੀ ਕੈਲਕੂਲੇਸ਼ਨ ਕੀਤੀ ਤੇ 3 ਐਟਮਸ ਸੀ। ਹੁਣ ਦੇਖੋ ਕਿ ਨੰਬਰ ਆਫ ਮੋਲਸ ਨੂੰ ਜਦੋਂ ਆਪਾਂ ਕੈਲਕੂਲੇਟ ਕੀਤਾ ਤੇ ਨੰਬਰ ਆਫ ਮੋਲਸ ਜਿਹੜੇ ਹੈਗੇ ਸੀ ਦੈਟ ਇਜ਼ weight by ਮੋਲਰ ਮਾਸ। ਇਹਦਾ ਮਤਲਬ 100 ਗ੍ਰਾਮ ਡਿਵਾਈਡਡ ਬਾਈ 18 ਗ੍ਰਾਮ ਪਰ ਮੋਲ, ਕਿਉਂਕਿ ਇਹਦਾ ਮੋਲਰ ਮਾਸ ਕਿੰਨਾ ਹੁੰਦਾ ਵਾਟਰ ਦਾ ਆਪਾਂ ਇੱਥੇ ਕੈਲਕੂਲੇਟ ਕੀਤਾ ਹੋਇਆ 18 ਗ੍ਰਾਮਸ। ਹੁਣ ਇਹਦੇ 'ਚ 100 ਗ੍ਰਾਮ ਦੇ ਵਿੱਚ ਕਿੰਨੇ ਨੰਬਰ ਆਫ ਮੋਲਸ ਆ ਗਏ 5.55, ਠੀਕ ਹੈ। 1 ਮੋਲ ਦੇ ਵਿੱਚ ਕਿੰਨੇ ਹੁੰਦੇ ਆ 6.023 × 10⁻23 ਤੇ 5.55 ਮੋਲਸ ਦੇ ਵਿੱਚ ਕੀ ਹੋਣਗੇ, ਉਹਦੇ ਵਿੱਚ ਉਹਨੂੰ ਮਲਟੀਪਲਾਈ ਕਰ ਦਿਓ। ਇਹਦਾ ਮਤਲਬ ਕੀ ਆ ਕਿ 100 ਗ੍ਰਾਮਸ 'ਚ ਇੰਨੇ ਮੋਲਸ ਤੇ ਇੰਨੇ ਮੋਲੀਕਿਊਲਸ ਪ੍ਰੈਜ਼ੈਂਟ ਨੇ, ਮਤਲਬ ਪਾਣੀ ਦੇ ਇੰਨੇ ਮੋਲੀਕਿਊਲਸ ਪ੍ਰੈਜ਼ੈਂਟ ਨੇ। ਤੇ ਇੱਕ ਮੋਲੀਕਿਊਲ ਦੇ ਵਿੱਚ ਕਿੰਨੇ ਸੀ 3 ਐਟਮ ਸੀ, ਤੇ ਤਿੰਨਾਂ ਨੂੰ ਜਦੋਂ ਤੁਸੀਂ ਮਲਟੀਪਲਾਈ ਕਰ ਦੋਗੇ ਤੇ ਨੰਬਰ ਆਫ ਐਟਮਸ ਇਨ 100 ਗ੍ਰਾਮ ਆਫ ਵਾਟਰ ਤੁਹਾਡੇ ਕੋਲੇ ਸਾਹਮਣੇ ਆ ਜਾਊਗਾ। ਇਹ ਬੱਚੇ ਬੜਾ ਹੀ ਸਿੰਪਲ ਆ, ਠੀਕ ਹੈ। ਹੁਣ ਜੇ ਤੁਸੀਂ ਦੂਜਾ ਜਿਹੜਾ ਪੁਆਇੰਟ ਆ, ਠੀਕ ਹੈ, ਚਲੋ ਅੱਜ ਆਪਾਂ ਇੰਨਾ ਹੀ ਕਰਦੇ ਹਾਂ ਬੱਚੇ। ਨੰਬਰ ਆਫ ਮੋਲਸ ਜਿਹੜੇ ਹੈਗੇ ਆ ਉਹਨੂੰ ਕੈਲਕੂਲੇਸ਼ਨ ਕਰਨੀ ਸਿੱਖੋ, ਕਿਉਂਕਿ ਬਾਕੀ ਚੀਜ਼ਾਂ ਤਾਂ ਤੁਸੀਂ 10th ਦੇ ਵਿੱਚ ਵੀ ਪੜ੍ਹੀਆਂ ਨੇ, ਲੇਕਿਨ ਜਿਹੜੀ +1 ਦੇ ਵਿੱਚ ਆ ਉਹ ਨੰਬਰ ਆਫ ਮੋਲਸ ਜਿਹੜਾ ਹੈਗਾ ਜਾਂ ਮੋਲ ਕਨਸੈਪਟ ਆ ਜਿਹੜਾ ਇਹ ਬਹੁਤ ਹੀ ਇੰਪੋਰਟੈਂਟ ਆ। ਹੁਣ ਤੁਸੀਂ ਕੋਈ ਵੀ ਚੀਜ਼ ਆ, ਮੰਨ ਲਓ ਕਿ ਕੋਈ ਇੱਕ ਤੁਸੀਂ ਇਕੁਏਸ਼ਨਸ ਅੱਜ ਤੱਕ ਦੇਖੇ ਹੋਣੇ A + B ਗਿਵਸ ਔਰ ਇਕੁਅਲ ਟੂ C + D ਦੇ ਦਿੰਦੇ ਆ। ਮੰਨ ਲਓ ਕਿ ਇੱਦਾਂ ਕੋਈ ਇਕੁਏਸ਼ਨ ਲਿਖੀ ਹੋਈ ਆ। ਹੁਣ ਜੇ ਮੰਨ ਲਓ ਕਿ ਇਹਦੇ ਸਾਹਮਣੇ 2A ਲਿਖਿਆ ਹੋਇਆ ਜਾਂ ਇੱਧਰ 2C ਲਿਖਿਆ ਹੋਇਆ 2C ਲਿਖਿਆ ਹੋਇਆ,
ਤੇ ਤੁਸੀਂ ਆਪ ਸਮਝ ਜਾਓ ਕਿ ਇਹ ਜਿਹੜਾ ਹੈਗਾ ਇਹ 2 ਮੋਲਸ ਆ। 2 ਮੋਲਸ ਦਾ ਮਤਲਬ ਕੀ ਆ 6.023 ਆ ਕਿੰਨਾ ਵਾ 6.023 into 10⁻23 ਆ। ਲੇਕਿन 2a मतलब ਕੀ ਆ ਕਿ 2 into 6.023 into 10⁻23 ਆ। ਹੁਣ ਇਸੇ ਪਾਸੇ ਆ C ਜਿਹੜਾ ਹੈਗਾ ਇਹ 2 ਮੋਲਸ ਪ੍ਰੈਜ਼ੈਂਟ ਆ। D ਜਿਹੜਾ ਹੈਗਾ ਉਹ 6.023 1 ਮੋਲ ਹੀ ਪ੍ਰੈਜ਼ੈਂਟ ਆ, ਮਤਲਬ 6.023 into 10⁻23 ਪ੍ਰੈਜ਼ੈਂਟ ਆ। ਬਾਕੀ ਬੱਚੇ ਜਿਹੜੀ ਵੀ ਕੋਈ ਪ੍ਰੋਬਲਮ ਆਏਗੀ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ, ਮੈਂ ਤੁਹਾਨੂੰ ਸਮਝਾ ਦੂੰਗਾ। ਥੈਂਕ ਯੂ ਬੱਚੇ।